ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਰਣਬੀਰ ਸਿੰਘ ਰਾਣਾ। ਕਿਸਾਨੀ ਅੰਦੋਲਨ ਚੱਲ ਰਿਹਾ ਹੈ ਲਗਾਤਾਰ 13ਵੇਂ 14ਵੇਂ ਦਿਨ ਦੇ ਵਿੱਚ ਦਿੱਲੀ ਬੈਠੇ ਨੇ ਕਿਸਾਨ ਜਥੇਬੰਦੀਆਂ। ਪਹਿਲਾਂ 2 ਮਹੀਨੇ ਪੰਜਾਬ ਦੇ ਵਿੱਚ ਪ੍ਰੋਟੈਸਟ ਚੱਲਦਾ ਰਿਹਾ, ਪਰ ਵੱਡੀ ਗੱਲ ਇਹ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਐਨਡੀਏ ਸਰਕਾਰ ਹਾਲੇ ਵੀ ਮੰਨ ਨਹੀਂ ਰਹੀ। ਤੇ ਇੱਕ ਕੇਂਦਰੀ ਮੰਤਰੀ ਨੇ ਰਾਵ ਸਾਹਿਬ ਦਾਨਵੇ, ਉਹਨਾਂ ਦਾ ਅੱਜ ਇੱਕ ਨਵਾਂ ਬਿਆਨ ਸਾਹਮਣੇ ਆਇਆ ਹੈ ਕਿ ਇਸ ਕਿਸਾਨੀ ਅੰਦੋਲਨ ਦੇ ਪਿੱਛੇ ਪਾਕਿਸਤਾਨ ਤੇ ਚੀਨ ਦਾ ਹੱਥ ਹੈ। ਇਸ ਵੇਲੇ ਸਾਡੇ ਨਾਲ ਸੁਖਪਾਲ ਸਿੰਘ ਖਹਿਰਾ ਨੇ, ਭੁਲੱਥ ਤੋਂ ਵਿਧਾਇਕ ਨੇ, ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਵੀ ਨੇ। ਖਹਿਰਾ ਸਾਹਿਬ, ਕਦੇ ਵਿਚੋਲੀਏ, ਕਦੇ ਵੱਖਵਾਦੀ, ਕਦੇ ਕਹਿ ਰਹੀ ਹੈ ਖੱਟੜ ਸਾਹਿਬ ਕਿ ਕਾਂਗਰਸ ਦੇ ਭੜਕਾਏ ਹੋਏ, ਕਦੇ ਕੋਈ ਸਪਾਂਸਰਡ, ਤੇ ਹੁਣ ਨਵਾਂ ਬਿਆਨ ਪਾਕਿਸਤਾਨ ਤੇ ਚੀਨ। ਹਾਲੇ ਵੀ ਕਿਉਂ ਅਜਿਹੀ ਬਿਆਨਬਾਜ਼ੀ ਭਾਜਪਾ ਦੇ ਆਗੂ, ਭਾਜਪਾ ਦੇ ਮੰਤਰੀ ਕਰ ਰਹੇ ਨੇ? ਮੇਰੇ ਖਿਆਲ ਇੱਕ ਤਾਂ ਹੁਣ ਐ ਹੀ ਮੈਂ ਕਹਿ ਸਕਦਾ ਕਿ ਬੁਖਲਾਏ ਹੋਏ ਨੇ ਲੋਕਾਂ ਦਾ ਹਜੂਮ ਦੇਖ ਕੇ, ਲੋਕਾਂ ਦਾ ਜੈਨੂਇਨ ਇਕੱਠ ਦੇਖ ਕੇ। ਪਤਾ ਸਭ ਕੁਝ ਹੈਗਾ ਇਹਨਾਂ ਨੂੰ ਕਿ ਇਹ ਕੌਣ ਨੇ, ਇਹ ਕਿਸਾਨ ਨੇ, ਇਹ ਪੰਜਾਬ ਦੇ ਬਹਾਦਰ ਨੌਜਵਾਨ ਤੇ ਲੋਕ ਸਾਰੀਆਂ ਆਹ ਰੋਕਾਂ ਤੋੜ ਕੇ ਆਏ ਹੋਏ ਨੇ। ਪਤਾ ਸਭ ਕੁਝ ਹੈ ਗਵਰਨਮੈਂਟ ਨੂੰ, ਸਿਰਫ ਮੀਡੀਆ ਦੇ ਵਿੱਚ ਬਦਨਾਮ ਕਰਨ ਦੇ ਨਜ਼ਰੀਏ ਦੇ ਨਾਲ, ਕਿਉਂਕਿ ਮੀਡੀਆ ਵੀ ਇਹਨਾਂ ਦਾ ਜਾਂ ਨੈਸ਼ਨਲ ਟੈਲੀਵਿਜ਼ਨ ਸਾਰੇ 5-7-10 ਚੈਨਲ ਜਿਹੜੇ ਨੇ ਉਹ ਇਹਨਾਂ ਦੇ, ਜਿਹਨੂੰ ਗੋਦੀ ਮੀਡੀਆ ਦਾ ਨਾਮ ਪੱਕਾ ਮਿਲਿਆ ਹੋਇਆ ਵਾ। ਇਸ ਕਰਕੇ ਉਹਨਾਂ ਦੇ ਰਾਹੀਂ ਇਹ ਇਸ ਧਰਨੇ ਨੂੰ ਬਦਨਾਮ ਕਰਨ ਦੇ ਨਜ਼ਰੀਏ ਨਾਲ ਕਦੀ ਇਹਨਾਂ ਨੂੰ ਖਾਲਿਸਤਾਨੀ ਬਣਾ ਦਿੰਦੇ ਨੇ, ਕਦੀ ਐਂਟੀ ਨੈਸ਼ਨਲ, ਕਦੀ ਕੰਗਨਾ ਰਣੌਤ ਤੋਂ ਟਵੀਟ ਕਰਾ ਦਿੰਦੇ ਨੇ। ਸਮਝ ਗਏ, ਇਹ ਇੱਕ ਵੈਲ ਪਲਾਨ ਡਿਜ਼ਾਈਨ ਆ ਇੰਡੀਅਨ ਨੈਸ਼ਨਲ ਮੀਡੀਆ ਦਾ ਔਰ ਬੀਜੇਪੀ ਵਰਗੇ ਜਿਹੜੇ ਕਮਿਊਨਲ ਪਾਰਟੀਆਂ ਨੇ, ਕਮਿਊਨਲ ਜਿਨ੍ਹਾਂ ਦੀ ਇਹ ਵੀ ਗੱਲ ਆਈ, ਕਹਿੰਦੇ ਫੰਡਿੰਗ ਹੋ ਰਹੀ ਹੈ ਵਿਦੇਸ਼ਾਂ ਦੇ ਵਿੱਚੋਂ, ਇਸ ਢੰਗ ਦੇ ਨਾਲ ਫੰਡਿੰਗ ਹੋ ਰਹੀ ਹੈ ਕਿ ਜਾਣਬੁੱਝ ਕੇ ਇਹ ਜਿਹੜੇ ਪ੍ਰਦਰਸ਼ਨ ਨੇ ਕੀਤੇ ਜਾ ਰਹੇ ਨੇ। ਇਸ ਤਰ੍ਹਾਂ ਦਾ ਕਿਉਂ ਬਾਰ-ਬਾਰ ਇਹ ਬਦਨਾਮ? ਮੈਂ ਉਹੀ ਪੁੱਛਣਾ ਚਾਹੁੰਦਾ ਬੀਜੇਪੀ ਦੇ ਲੀਡਰਸ ਨੂੰ ਕਿ ਆ ਜਿਹੜਾ ਪੰਜਾਬ ਦੇ ਲੱਖਾਂ ਲੋਕ ਆਣ ਕੇ ਭੁੰਜੇ ਸੁੱਤੇ, ਉਹਨਾਂ ਨੂੰ ਸ਼ੌਂਕ ਆ ਆਪਣੇ ਘਰ ਛੱਡ ਕੇ, ਵਾਹਿਗੁਰੂ ਦੀ ਕਿਰਪਾ ਨਾਲ ਸਾਰਿਆਂ ਦੇ ਆਪਣੇ ਘਰਾਂ ਦੇ ਵਿੱਚ ਕਾਫੀ ਹੱਦ ਤੱਕ ਅੱਛੀ ਸਾਰੀ ਕੰਫਰਟੇਬਲ ਲਾਈਫ ਆ। ਉਹ ਤਾਂ ਇੱਕ ਲੁਕਾਈ ਦਾ ਮਸਲਾ ਲੈ ਕੇ, ਇੱਕ ਆਮ ਸਾਰੇ ਦੇਸ਼ ਦੇ ਕਿਸਾਨ ਦਾ ਮਸਲਾ ਲੈ ਕੇ ਪੰਜਾਬ ਦੇ ਕਿਸਾਨ ਨੇ ਉਹਦੀ ਅਗਵਾਈ ਕੀਤੀ ਆ। ਇਸ ਕਰਕੇ ਉਸ ਨੂੰ ਬਰਦਾਸ਼ਤ ਦਾ ਮਾਦਾ ਹੈ ਨਹੀਂ ਬੀਜੇਪੀ ਦਾ ਨਾ। ਇਹ ਜਿਹੜੇ ਕਹਿੰਦੇ ਨੇ ਕੋਈ ਹੁੱਲੜਬਾਜ਼ ਆ ਜੀ, ਇਹ ਐਂਟੀ ਨੈਸ਼ਨਲ ਆ ਜੀ, ਇਹ ਖਾਲਿਸਤਾਨੀ ਨੇ। ਆ ਹੁਣ ਕੀ ਕਿਹਾ ਉਹਨੇ ਜੀ ਇਹ ਬੰਦੇ ਨੇ? ਪਾਕਿਸਤਾਨ ਤੇ ਚੀਨ ਦਾ ਹੱਥ ਹੈ ਕਹਿੰਦਾ। ਦੇਖੋ, ਇਹ ਪਹਿਲਾਂ ਆਪਣੇ ਅੰਦਰ ਝਾਤ ਮਾਰ ਕੇ ਦੇਖਣ ਕਿ ਇਹਨਾਂ ਦਾ ਕਿਰਦਾਰ ਕੀ ਆ। ਇਹ ਕਿਹੜੀ ਪਾਰਟੀ ਆ ਜਿਹੜੀ ਦੂਜਿਆਂ ਨੂੰ ਕੀ ਹੁੱਲੜਬਾਜ਼ ਕਹਿ ਰਹੀ ਆ ਜਾਂ ਆਤੰਕਵਾਦੀ ਕਹਿ ਰਹੀ ਆ? ਇਹ ਲੋਕ ਉਹ ਨੇ ਜਿਨ੍ਹਾਂ ਦੇ ਹੱਥ ਜਿਹੜੇ ਨੇ ਉਹ ਖੂਨ ਨਾਲ ਰੰਗੇ ਹੋਏ ਨੇ। ਹਜ਼ਾਰਾਂ ਲੋਕਾਂ ਦੇ, ਬੇਗੁਨਾਹ ਲੋਕਾਂ ਦੇ ਸਟੇਟ ਸਪਾਂਸਰਡ ਦੰਗੇ ਕਰਾ ਕੇ ਉਹਨਾਂ ਦਾ ਕਤਲੇਆਮ ਕਰਾਇਆ ਔਰ ਸਟੇਟ ਦੀ ਮਸ਼ੀਨਰੀ ਦਾ ਦੁਰਉਪਯੋਗ ਕੀਤਾ ਲੋਕਾਂ ਨੂੰ, ਇੱਕ ਫਿਰਕੇ ਦੇ ਲੋਕਾਂ ਨੂੰ ਟਾਰਗੇਟ ਕਰਨ ਵਾਸਤੇ। ਇਸ ਕਰਕੇ ਉਹਨਾਂ ਨੂੰ ਕੋਈ ਅਧਿਕਾਰ ਨਹੀਂਗਾ ਪੰਜਾਬ ਦੇ ਲੋਕਾਂ ਦੇ। ਪੰਜਾਬ ਦੇ ਲੋਕ ਕਦੀ ਵੀ, ਰਾਣਾ ਜੀ ਮੈਂ ਕਹਿਣਾ ਚਾਹੁੰਦਾ, ਇਹਨਾਂ 'ਚ ਕਦੀ ਮੌਬ ਮੈਂਟੈਲਿਟੀ ਨਹੀਂ ਗੀ। ਸਾਨੂੰ ਸਾਡੇ ਗੁਰੂ ਸਾਹਿਬ ਤੇ ਸਾਡੇ ਪੁਰਖੇ ਕਦੀ ਵੀ ਭੰਨ ਤੋੜ ਸਿਖਾ ਕੇ ਨਹੀਂ ਗਏ। ਤੁਸੀਂ ਦੇਖ ਲਓ, ਆ ਲੱਖਾਂ ਦਾ ਇਕੱਠ ਹੈਗਾ ਵਾ, ਇੱਕ ਵੀ ਕਿਸੇ ਦੇ ਚੀਚੀ ਦੇ ਉੱਤੇ ਸੱਟ, ਸਗੋਂ ਉਲਟਾ 6-7 ਕਿਸਾਨ ਇਸ ਧਰਨੇ ਵਿੱਚ ਸਵਰਗਵਾਸ ਹੋ ਗਏ ਨੇ। ਪੰਜਾਬ ਵਿੱਚ 2 ਮਹੀਨੇ ਬੈਠੇ ਸੀ, ਦੱਸ ਦਿਓ ਕੋਈ ਪਬਲਿਕ ਪ੍ਰਾਪਰਟੀ ਦੀ ਭੰਨ ਤੋੜ ਕੀਤੀ? ਚੰਗੇ ਸ਼ਹਿਰਾਂ ਵਿੱਚ ਜਦੋਂ ਹਜੂਮ ਇਕੱਠਾ ਹੁੰਦਾ, ਈਵਨ ਵਿਕਸਿਤ ਦੇਸ਼ਾਂ ਦੀ ਗੱਲ ਕਰਦਾ, ਭਾਰਤ ਤਾਂ ਚਲੋ ਹੈ ਹੀ, ਇਹ ਹਮੇਸ਼ਾ ਅਗਜ਼ਨੀ ਕਰਦੇ ਨੇ, ਭੰਨ ਤੋੜ ਕਰਦੇ ਨੇ, ਹੁੱਲੜਬਾਜੀ। ਪੰਜਾਬ ਦੇ ਲੋਕ ਤੇ ਸਿੱਖ ਕੌਮ ਜਿਹੜੀ ਆ, ਇਹ ਸਰਬੱਤ ਦਾ ਭਲਾ ਮੰਗਦੀ। ਇਹ ਤਾਂ ਉਹ ਲੋਕ ਆ ਕਿ ਜਿਨ੍ਹਾਂ ਨੇ ਸਾਨੂੰ ਡੰਡੇ ਮਾਰੇ, ਜਿਨ੍ਹਾਂ ਨੇ ਟੇਅਰ ਗੈਸ ਸ਼ੈੱਲ ਮਾਰੇ। ਇਹ ਪੰਜਾਬ ਦੇ ਬਹਾਦਰ ਲੋਕਾਂ ਨੇ ਉਹਨਾਂ ਨੂੰ ਵੀ ਆਣ ਕੇ ਪਾਣੀ ਵੀ ਪਿਲਾਇਆ ਤੇ ਰੋਟੀ ਖਵਾਈ, ਦਿੱਲੀ ਪੁਲਿਸ ਤੇ ਹਰਿਆਣਾ ਪੁਲਿਸ ਨੂੰ। ਇਹਦੇ ਨਾਲੋਂ ਜ਼ਿਆਦਾ ਫਰਾਕ ਦਿਲੀ ਕੀ ਕਰ ਸਕਦੇ ਨੇ? ਵਾਰ-ਵਾਰ ਮੀਟਿੰਗਾਂ ਹੋ ਰਹੀਆਂ ਨੇ, ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਬੁਲਾਇਆ ਜਾਂਦਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਵੀ ਮੀਟਿੰਗ ਹੋਈ ਹੈ। ਹੁਣ ਉਧਰੋਂ ਪ੍ਰਪੋਜ਼ਲ ਵੀ ਆਈ ਹੈ, ਤੁਸੀਂ ਵੀ ਦੇਖੀ ਹੋਣੀ ਹੈ, 15-18 ਪੇਜਾਂ ਦੀ ਪ੍ਰਪੋਜ਼ਲ ਹੈ। ਬਹੁਤ ਸਾਰੀਆਂ ਚੀਜ਼ਾਂ ਮੰਨ ਰਹੇ ਨੇ ਤੇ ਕਹਿ ਰਹੇ ਨੇ ਕਿ ਅਮੈਂਡਮੈਂਟਸ ਕਰਾ ਲਓ, ਪਰ ਖੇਤੀ ਕਾਨੂੰਨ ਰੱਦ ਨਹੀਂ ਹੋਣੇ ਹੈਗੇ, ਰੱਦ ਨਹੀਂ ਕਰਨੇ ਚਾਹੁੰਦੇ। ਅਮੈਂਡਮੈਂਟਸ ਤੇ ਆ ਗਈ ਹੈ ਸਰਕਾਰ। ਕੀ ਕਰਨਾ ਚਾਹੀਦਾ ਜਥੇਬੰਦੀਆਂ ਨੂੰ, ਕੀ ਕਰਨਾ ਚਾਹੀਦਾ ਇਸ ਵੇਲੇ, ਕੀ ਲੱਗਦਾ ਤੁਹਾਨੂੰ? ਦੇਖੋ, ਜਿੱਦਣ ਸੰਘਰਸ਼ ਸ਼ੁਰੂ ਹੋਇਆ ਸੀ ਉਦੋਂ ਤਾਂ ਇਹ ਪਹਿਚਾਨ ਹੀ ਨਹੀਂ ਪਾ ਰਹੇ ਸੀ ਕਿ ਇੱਥੇ ਕੋਈ ਸਾਡੇ ਖਿਲਾਫ ਕੋਈ ਬੋਲ ਵੀ ਰਿਹਾ ਦੇਸ਼ ਦੇ ਵਿੱਚੋਂ। ਘੱਟੋ ਘੱਟ ਹੁਣ 2-2.5 ਮਹੀਨੇ ਦੀ ਜਦੋਜਹਿਦ ਤੋਂ ਬਾਅਦ ਹੁਣ 15-16 ਸਫ਼ਿਆਂ ਦੇ ਆ ਗਏ, ਅਮੈਂਡਮੈਂਟ ਤੇ ਆ ਗਏ, ਮੰਨਣ ਤੇ ਆ ਗਏ। ਬਾਕੀ ਗੱਲ ਸਾਰੀ ਜਿਹੜੀ ਨਿਰਭਰ ਹੈਗੀ ਉਹ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਤੇ ਆ। ਅਸੀਂ ਹੈਗੇ ਫ੍ਰਿੰਜ ਸਪੋਰਟਰਸ, ਅਸੀਂ ਹੈਗੇ ਸਾਈਡ ਤੋਂ ਆਣ ਕੇ ਜਿੰਨਾ ਆਪਣਾ ਯੋਗਦਾਨ ਪਾ ਸਕਦੇ, ਜੋ ਸਾਡੀ ਇੱਕ ਫਰਜ਼ ਬਣਦਾ। ਇਹਦਾ ਫੈਸਲਾ ਲੈਣ ਦਾ ਅਧਿਕਾਰ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ, ਜਿਹੜੀ ਉਹਨਾਂ ਦੀ ਤਾਲਮੇਲ ਕਮੇਟੀ ਆ, ਜੋ ਵੀ ਫੈਸਲਾ ਲੈਣਗੇ, ਕਿਉਂਕਿ ਉਹਨਾਂ ਨੇ ਹੁਣ ਇਸ ਤਰ੍ਹਾਂ ਇਹਨਾਂ ਕਾਨੂੰਨਾਂ ਨੂੰ ਕੇਂਦਰੀ ਮੰਤਰੀਆਂ ਨਾਲ ਬੈਠ ਕੇ ਅੰਦਰ ਤੱਕ ਸਮਝ ਚੁੱਕੇ ਨੇ। ਮੇਰਾ ਖਿਆਲ ਹੈ ਕਿ ਉਹਨਾਂ ਦੀ ਨੀਅਤ ਵੀ ਦੇਖ ਚੁੱਕੇ ਨੇ, ਉਹਨਾਂ ਦੀ
ਨੀਅਤ ਤੇ ਨੀਤੀ ਵੀ ਦੇਖ ਚੁੱਕੇ ਨੇ। ਸਾਨੂੰ ਵਿਸ਼ਵਾਸ ਰੱਖਣਾ ਚਾਹੀਦਾ ਆਪਣੀ ਕਿਸਾਨੀ ਦੀ ਹਾਂ, ਲੀਡਰਸ਼ਿਪ ਹਾਂ, ਤੇ। 100% ਵਿਸ਼ਵਾਸ ਆ। ਪਰ ਇੱਕ ਗੱਲ ਮੈਂ ਕਹਿ ਦਿਆਂ ਕਿ ਕੋਈ ਵੀ ਗੈਰ ਵਾਜਬ ਫੈਸਲਾ ਇਸ ਪੰਜਾਬ ਚੋਂ ਆਏ ਹੋਏ ਨੌਜਵਾਨ ਤਬਕੇ ਨੇ ਤੇ ਜਿਹੜਾ ਐਡਾ ਵੱਡਾ ਇਕੱਠ, ਉਹਨਾਂ ਨੇ ਗੈਰ ਵਾਜਬ ਫੈਸਲਾ ਮੰਨਣਾ ਵੀ ਨਹੀਂਗਾ। ਇਹ ਗੱਲ ਕਿਸਾਨ ਆਗੂਆਂ ਨੂੰ ਵੀ ਪਤਾ ਵਾ। ਇਸ ਕਰਕੇ ਉਹਨਾਂ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਹੈ ਸਮੂਹ ਪੰਜਾਬ ਦਾ, that they will not agree to anything less than what is being demanded by the farmers of Punjab। ਇਸ ਲਈ ਮੈਂ ਸਮਝਦਾ ਹਾਂ ਕਿ ਯੋਗ ਫੈਸਲਾ ਲੈ ਕੇ ਹੀ ਉੱਠਣਗੇ ਇਸ ਧਰਨੇ ਤੋਂ। ਠੀਕ ਹੈ। ਜਿਸ ਢੰਗ ਦੇ ਨਾਲ ਹੁਣ ਇੱਥੇ ਮੈਂ ਪਹਿਲਾਂ ਵੀ ਸ਼ੁਰੂਆਤ ਦੇ ਵਿੱਚ ਕਿਹਾ ਕਿ 13-14 ਦਿਨ ਹੋ ਗਏ ਪੰਜਾਬ ਤੋਂ ਆਏ, ਪਹਿਲਾਂ 2 ਮਹੀਨੇ ਉੱਥੇ ਤੇ ਫਿਰ ਇੱਥੇ ਚੱਲਦਾ ਰਿਹਾ, ਤਾਂ ਦੇਸ਼ ਦੀ ਸਰਕਾਰ ਹੁਣ ਚਾਹੁੰਦੀ ਕੀ ਹੈ? ਆਖਿਰ ਕਿਉਂ ਲਟਕਾਇਆ ਜਾ ਰਿਹਾ ਹੈ? ਕਿੰਨੀ ਕੁ ਸੀਰੀਅਸ ਹੈ ਤੁਹਾਨੂੰ ਲੱਗਦਾ ਹੈ? ਕਿੰਨੀ ਕੁ ਗੰਭੀਰਤਾ ਨਾਲ ਲੈ ਰਹੀ ਹੈ ਸਾਰੇ ਜਿਹੜਾ ਜਥੇਬੰਦੀਆਂ ਦਾ, ਕਿਸਾਨਾਂ ਦਾ, ਨੌਜਵਾਨਾਂ ਦਾ, ਸਾਰੇ ਪੰਜਾਬ ਹਰਿਆਣਾ ਤੋਂ ਵੱਖ-ਵੱਖ ਸਟੇਟਾਂ ਤੋਂ ਆਏ ਲੋਕਾਂ ਦਾ ਪ੍ਰੋਟੈਸਟ ਚੱਲ ਰਿਹਾ? ਐਵੇਂ ਸਬਰ ਤੇ ਸੰਤੋਖ ਦਾ ਇਮਤਿਹਾਨ ਹੀ ਲੈ ਰਹੇ ਹੈਗੇ ਆ। ਔਰ ਬੀਜੇਪੀ ਮੈਨੂੰ ਲੱਗਦਾ ਤੇ ਮੋਦੀ ਜਾਂ ਅਮਿਤ ਸ਼ਾਹ ਉਹਨਾਂ ਨੇ ਧਿਆਨ ਨਾਲ ਪੰਜਾਬ ਦਾ ਇਤਿਹਾਸ ਤੇ ਸਿੱਖ ਕੌਮ ਦਾ ਇਤਿਹਾਸ ਨਹੀਂ ਪੜਿਆ। ਜੇ ਪੜਿਆ ਹੁੰਦਾ ਤੇ ਫਿਰ ਉਹਨਾਂ ਨੇ ਏਡਾ ਵੱਡਾ ਇਮਤਿਹਾਨ ਨਹੀਂ ਸੀ ਲੈਣਾ, ਪਹਿਲੇ ਦਿਨ ਹੀ ਉਹਨਾਂ ਦੀ ਗੱਲਾਂ ਮੰਨ ਲੈਣੀਆਂ ਸੀਗੀਆਂ। ਕਿਉਂਕਿ ਇਹ ਲੋਕ ਇੱਥੋਂ ਕਿਸੇ ਤਰ੍ਹਾਂ ਨਾਲ ਵੀ ਬਿਨਾਂ ਵਾਜਬ ਮੰਗਾਂ ਪ੍ਰਾਪਤ ਕੀਤੇ ਜਾਣ ਵਾਲੇ ਨਹੀਂਗੇ। ਤੁਸੀਂ ਆਪ ਨਿਗਾਹ ਮਾਰ ਲਈ ਟਰੈਕਟਰ ਟਰਾਲੀਆਂ ਦੇ ਵਿੱਚ ਜਾਂ ਜਿੱਥੇ ਵੀ ਕਿਤੇ ਬੈਠੇ ਨੇ, ਇਹਨਾਂ ਦੇ ਕੋਲ 4-4 6-6 ਮਹੀਨੇ ਦਾ ਸਮਾਨ ਹੈਗਾ ਤੇ ਜੇ ਲੋੜ ਪਈ ਪਿੱਛੋਂ ਹੋਰ ਜ਼ਿਆਦਾ ਆ ਜਾਊਗਾ। ਇੰਨਾ ਵਰਲਡ ਵਾਈਡ ਕਮਿਊਨਿਟੀ ਕੀ ਕਹਿੰਦੇ ਸਟਰੈਂਥ ਵਧੀ ਆ। ਠੀਕ ਹੈ, ਆਪਣੇ ਉਹਨਾਂ ਤੋਂ ਮੋਦੀ ਨੇ ਟਿਚਰਾਂ ਕੀਤੀਆਂ, ਬੀਜੇਪੀ ਨੇ ਟਿਚਰਾਂ ਕੀਤੀਆਂ ਵੀ ਜਾਓ ਜੋ ਕਰਨਾ ਕਰ ਲਓ ਤੁਸੀਂ। ਪਰ ਮੈਂ ਸਮਝਦਾ ਕਿ ਸਾਨੂੰ ਇਸ ਜਿਹੜਾ ਮੋਦੀ ਹੁਣਾਂ ਨੇ ਜੋ ਕੁਝ ਕੀਤਾ ਉਹਦੇ ਚੋਂ ਇੱਕ ਗੱਲ ਬਹੁਤ ਚੰਗੀ ਨਿਕਲੀ ਕਿ ਪੰਜਾਬ ਇਕਮੁੱਠ ਹੋ ਕੇ, ਔਰ ਪੰਜਾਬ ਦੀ ਜਿਹੜੀ ਸ਼ਕਤੀ, ਜਿਹੜੀ ਕੁਝ ਲੋਕਾਂ ਨੂੰ ਐਂ ਲੱਗਦਾ ਸੀਗਾ ਕਿ ਸ਼ਾਇਦ ਪੰਜਾਬੀ ਉਹ ਪੰਜਾਬੀ ਨਹੀਂ ਰਹੇ ਜਿਹੜੇ ਪਹਿਲਾਂ ਕਿਸੇ ਵੇਲੇ ਅੰਗਰੇਜ਼ਾਂ ਤੇ ਮੁਗਲਾਂ ਦੇ ਖਿਲਾਫ ਲੜਦੇ ਸੀਗੇ। ਪਰ ਆਹ ਧਰਨੇ ਨੇ ਇਹ ਸਾਬਤ ਕਰ ਦਿੱਤਾ ਕਿ ਸਾਡੇ ਵਿੱਚ ਉਹੀ ਸਪਿਰਿਟ ਆ, ਉਹੀ ਜਜ਼ਬਾ ਵਾ, ਉਹੀ ਜਨੂਨ ਆ। ਔਰ ਮੈਂ ਸਮਝਦਾ ਕਿ ਇਕੱਲੇ ਪੰਜਾਬ ਵਾਲਿਆਂ ਨੇ ਨਹੀਂ, ਜਿਹੜਾ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਨੇ ਤੇ ਸਿੱਖਾਂ ਨੇ ਜਿਸ ਢੰਗ ਦੇ ਨਾਲ ਸਾਡੀ ਵਰਲਡ ਵਾਈਡ ਆਵਾਜ਼ ਉਠਾਈ ਆ, ਇੰਟਰਨੈਸ਼ਨਲ ਮੀਡੀਆ ਫੋਰਮਸ ਤੇ ਪਹੁੰਚਾਤੀ, ਇੱਥੋਂ ਤੱਕ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਸਾਡੀ ਹਮਾਇਤ ਤੇ ਆਉਣਾ ਪਿਆ। ਔਰ ਉਹ ਗੱਲ ਬੜੀ ਚੁੱਭੀ ਫਿਰ ਦੇਸ਼ ਦੇ ਕੁਝ ਪਾਰਟੀਆਂ ਨੂੰ, ਬੀਜੇਪੀ, ਈਵਨ ਅਫਸੋਸ ਨਾਲ ਕਹਿਣਾ ਪੈਂਦਾ ਕਿ ਆ ਫਰਜੀ ਇਨਕਲਾਬੀ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਿ ਟਰੂਡੋ ਕਿਉਂ ਸਾਡੇ ਹੱਕ 'ਚ ਬੋਲਦਾ। ਕਹਿੰਦੇ ਸਾਡੇ ਦੇਸ਼ ਦਾ ਅੰਦਰੂਨੀ ਮਾਮਲਾ ਨਹੀਂ, ਹੈ। ਦੇਸ਼ ਦਾ ਅੰਦਰੂਨੀ ਮਾਮਲਾ। ਤੁਸੀਂ ਲੋਕਾਂ ਦੀ ਕਤਲੋਗਾਰਤ ਕਰਦੇ ਹੋ, 36 ਸਾਲ ਹੋ ਗਏ ਉਹਨਾਂ ਨੂੰ, ਅੱਜ ਤੱਕ ਇਨਸਾਫ ਨਹੀਂ ਮਿਲਿਆ। ਇਹ ਕਾਹਦਾ ਅੰਦਰੂਨੀ ਮਾਮਲਾ ਜੀ? ਗੁਜਰਾਤ ਦੇ ਦੰਗਿਆਂ 'ਚ, ਮੇਰਠ ਦੇ ਦੰਗਿਆਂ 'ਚ, ਦਿੱਲੀ ਹਾਲ ਹੀ ਵਿੱਚ ਮੁਸਲਮਾਨਾਂ ਦੇ ਤੁਸੀਂ ਮਿੱਥ ਕੇ ਉਹਨਾਂ ਨੂੰ ਮਾਰਦੇ ਹੋ, ਇਹ ਕਾਹਦਾ ਅੰਦਰੂਨੀ ਮਾਮਲਾ ਜੀ? ਜੰਮੂ ਕਸ਼ਮੀਰ ਦੇ 2 ਟੋਟੇ ਕਰਦੇ ਹੋ, ਇਹ ਕਾਹਦਾ ਅੰਦਰੂਨੀ ਮਾਮਲਾ ਜੀ? ਇਸ ਕਰਕੇ ਜੋ ਟਰੂਡੋ ਨੇ ਕਿਹਾ ਉਹ ਬਿਲਕੁਲ ਜਾਇਜ਼ ਕਿਹਾ ਵਾ। ਯੂਨਾਈਟਿਡ ਨੇਸ਼ਨਸ ਤੱਕ ਗੱਲ ਪਹੁੰਚੀ। ਯੂਨਾਈਟਿਡ ਨੇਸ਼ਨਸ, ਬਹੁਤ ਸਾਰੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਮੈਂਬਰ ਪਾਰਲੀਮੈਂਟ ਅੰਗਰੇਜ਼ਾਂ ਨੇ, ਗੋਰਿਆਂ ਨੇ, ਜਿਨ੍ਹਾਂ ਨੂੰ ਸਾਡੇ ਨਾਲ ਕੋਈ ਸਰੋਕਾਰ ਨਹੀਂਗਾ, ਉਹਨਾਂ ਨੇ ਸਪੋਰਟ ਕੀਤੀ। ਇੱਥੇ ਹੀ ਬਸ ਨਹੀਂ, ਮੈਂ ਸਮਝਦਾ ਵਾਂ ਕਿ ਇਹ ਜਿਹੜਾ ਇੰਟਰਨੈਸ਼ਨਲ ਸਪੋਰਟ ਆ ਇਹ ਪਹਿਲੀ ਵਾਰ ਦੇਖਣ ਨੂੰ ਆਈ ਆ ਕਿ ਕਿਸੇ ਐਡੇ ਵੱਡੇ ਮਸਲੇ ਦੇ ਉੱਤੇ ਕੀਤਾ। ਔਰ ਜਿਹੜਾ ਇਹ ਕਹਿੰਦੇ ਜੀ ਕਿ ਸਾਡੇ ਦਖਲ ਨਾ ਦੇਣ, ਮੈਂ ਪੁੱਛਣਾ ਚਾਹੁੰਦਾ ਬੀਜੇਪੀ ਵਾਲਿਆਂ ਨੂੰ ਤੇ ਕੇਜਰੀਵਾਲ ਪਾਰਟੀ ਨੂੰ, ਜਦੋਂ ਮੋਦੀ ਜਾ ਕੇ ਟਰੰਪ ਵਿੱਚ ਨਾਰਾ ਮਾਰਦਾ ਕਿ ਅਬ ਕੀ ਬਾਰ ਟਰੰਪ ਸਰਕਾਰ, ਇਹ ਉਹਨਾਂ ਦੇ ਜ਼ਾਤੀ ਮਾਮਲਿਆਂ 'ਚ ਮੁਦਾਖਲਤ ਨਹੀਂ ਸੀਗੀ। ਖਹਿਰਾ ਸਾਹਿਬ, ਪੋਲੀਟੀਕਲ ਪਾਰਟੀਆਂ ਬਾਰੇ ਗੱਲ ਕਰਾਂਗੇ ਤਾਂ ਹੁਣ ਰਵਨੀਤ ਸਿੰਘ ਬਿੱਟੂ, ਗੁਰਜੀਤ ਔਜਲਾ ਪਿਛਲੇ 2-3 ਦਿਨਾਂ ਤੋਂ ਜੰਤਰ ਮੰਤਰ ਦੇ ਬਾਹਰ ਉੱਥੇ ਰਾਤ ਕੱਟ ਰਹੇ ਨੇ। ਕਿਵੇਂ ਲੱਗਦਾ ਉਹ ਪ੍ਰੋਟੈਸਟ ਜਿਹੜਾ ਉਹਨਾਂ ਦਾ ਤੁਹਾਨੂੰ? ਮੈਂ ਉਹ ਦੇਖਿਆ ਸੀ, ਉਹ ਕਹਿੰਦੇ ਨੇ ਕਿ ਪਾਰਲੀਮੈਂਟ ਦਾ ਇੱਕ ਵਿਸ਼ੇਸ਼ ਸੈਸ਼ਨ ਬੁਲਾ ਕੇ ਤੇ ਕਾਨੂੰਨ ਰੱਦ ਕਰੋ। ਸੋ ਇਨਡਾਇਰੈਕਟਲੀ ਉਹ ਆਪਣੇ ਇਸ ਇਸ਼ੂ ਦੇ ਉੱਤੇ ਸਪੋਰਟ ਕਰ ਰਹੇ ਨੇ। ਬਲਕਿ ਮੈਂ ਤਾਂ ਅਪੀਲ ਪਹਿਲਾਂ ਵੀ ਕੀਤੀ ਸੀ, ਤੁਹਾਡੇ ਜ਼ਰੀਏ ਵੀ ਕਰ ਦਿੰਦਾ ਕਿ ਦੇਖੋ ਅੱਜ ਲੋੜ ਕੀ ਆ ਕਿ ਕਿਸਾਨ ਆਪਣੇ ਪੱਧਰ ਦੇ ਉੱਤੇ ਸੰਘਰਸ਼ ਕਰ ਰਹੇ ਨੇ, ਔਰ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਉਹਨਾਂ ਨੇ ਪੋਲੀਟੀਕਲ ਜਮਾਤ ਨੂੰ ਇੱਕ ਕਿਸਮ ਦਾ ਰੋਕਿਆ ਹੋਇਆ ਕਿ ਤੁਸੀਂ ਸਾਡੇ ਚਾਣ ਕੇ ਇੰਟਰਫੇਅਰ ਨਾ ਕਰਿਓ, ਕਿਉਂਕਿ ਕ੍ਰੈਡੀਬਿਲਿਟੀ ਪੋਲੀਟੀਕਲ ਕਲਾਸ ਨੇ ਆਪ ਗਵਾਈ ਆ ਪਿਛਲੇ ਕੁਝ ਸਾਲਾਂ ਦੀ ਜਿਹੜੀ ਕੀ ਕਹਿੰਦੇ ਹੋ ਚਤੁਰ ਚਲਾਕ ਰਾਜਨੀਤੀ ਤੋਂ। ਤੇ ਜਿਹੜੇ ਇਲੈਕਟਿਡ ਰਿਪਰੈਜ਼ੈਂਟੇਟਿਵ ਆ ਪੰਜਾਬ ਦੇ 115 ਬੀਜੇਪੀ ਦੇ 2 ਛੱਡ ਕੇ ਜਿਨ੍ਹਾਂ ਨੇ ਮਤਾ ਪਾਸ ਕੀਤਾ ਸੀ ਵਿਧਾਨ ਸਭਾ ਦੇ ਵਿੱਚ, ਉਹਨਾਂ ਨੂੰ ਮੇਰੀ ਅਪੀਲ ਆ, ਬਲਕਿ ਪੰਜਾਬ ਸਰਕਾਰ ਨੂੰ ਅਪੀਲ ਆ ਕਿ ਆਓ ਆਪਾਂ ਦਿੱਲੀ ਵਿੱਚ ਮੋਦੀ ਦੇ ਘਰ ਦੇ ਬਾਹਰ ਜਾਂ ਪਾਰਲੀਮੈਂਟ ਦੇ ਘਰ ਦੇ ਬਾਹਰ ਬੈਠੀਏ ਆਪਾਂ। ਅਕਸਰ ਜੇ 115 ਐਮਐਲਏ ਬਹਿਣਗੇ ਉੱਥੇ ਨੈਸ਼ਨਲ ਮੀਡੀਆ ਆਊਗਾ, ਗੱਲ ਸਾਡੀ ਉੱਠੂਗੀ। ਸੰਸਦ ਵੀ ਨੇ 13 ਛੱਡ ਲਓ, 2 ਛੱਡ ਲਓ, ਰਾਜ ਸਭਾ ਮੈਂਬਰਸ, ਪਾਰਲੀਮੈਂਟ ਮੈਂਬਰਸ, ਲੋਕ ਸਭਾ, ਅਸੀਂ ਜਦੋਂ ਸਾਰੇ ਬੈਠਾਂਗੇ, ਫਰਜ਼ ਕਰੋ ਪੁਲਿਸ ਸਾਨੂੰ ਆਣ ਕੇ ਕੁੱਟਦੀ ਆ, ਚੱਕਦੀ ਆ,
ਹਿਰਾਸਤ 'ਚ ਲੈਂਦੀ ਹੈ, ਜਦੋਂ ਛੱਡਦੀ ਮੁੜ ਕੇ ਫੇਰ ਬਹਿ ਜਾਓ ਆਣ ਕੇ। ਦੇਅਰਫੋਰ ਅਗਰ ਕਿਤੇ ਪੋਲੀਟੀਕਲ ਜਮਾਤ ਇਹ ਕਰ ਲੈਂਦੀ ਤਾਂ ਮੈਂ ਸਮਝੂਗਾ ਕਿ ਉਹ ਪੰਜਾਬ ਦੇ ਇਸ ਮੋਰਚੇ ਦੇ ਵਿੱਚ ਇੱਕ ਸਹੀ ਮਾਇਨਿਆਂ ਵਿੱਚ ਸਾਥ ਦੇਣਗੇ। ਪਰ ਪਤਾ ਨਹੀਂ ਉੱਥੇ ਬਹਿੰਦੇ ਕਿਉਂ ਨਹੀਂਗੇ, ਡਰਦੇ ਕਿਉਂ ਨੇ, ਮੋਦੀ ਤੋਂ ਪਤਾ ਨਹੀਂ ਚਾਲੂ ਕਿਉਂ ਨੇ। ਸਾਰੀਆਂ ਪਾਰਟੀਆਂ ਇਸ ਵਕਤ ਐ ਨਜ਼ਰ ਆਉਂਦਾ ਕਿ ਉਹ ਗੁੰਮਸ਼ੁਦਾ ਜੇ ਬੈਠੇ ਨੇ ਸਾਰੇ। ਕਿਸਾਨ ਜਥੇਬੰਦੀ ਦੇ ਆਗੂ ਨੇ ਡਾਕਟਰ ਦਰਸ਼ਨਪਾਲ, ਉਹਨਾਂ ਦੀ ਸਟੇਟਮੈਂਟ ਆਈ ਹੈ ਕਿ ਸਾਡੇ ਤੇ ਦਬਾਅ ਸੀਗਾ ਪੰਜਾਬ ਦੀ ਸਰਕਾਰ ਦਾ, ਕੈਪਟਨ ਅਮਰਿੰਦਰ ਸਿੰਘ ਦਾ, ਕਿ ਤੁਸੀਂ ਜਲਦੀ ਜਾ ਕੇ ਅਮਿਤ ਸ਼ਾਹ ਦੇ ਨਾਲ ਮੀਟਿੰਗ ਕਰੋ। ਕੀ ਲੱਗਦਾ ਤੁਹਾਨੂੰ ਕਿ ਇਹ ਜਿਹੜਾ ਦਬਾਅ ਕਿਉਂ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵਾਰ-ਵਾਰ, ਪਹਿਲਾਂ ਵੀ ਬਿਆਨ ਵੀ ਆਇਆ ਫਿਰ ਕਿਹਾ ਵੀ ਗਿਆ ਸਪੈਸ਼ਲ? ਦੇਖੋ ਇਹਦੇ ਬਾਰੇ ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਜਾਂ ਸਰਕਾਰ ਹੀ ਦੱਸ ਸਕਦੀ ਨਾ ਕਿ ਉਹ ਦਬਾਅ ਕਿਉਂ ਪਾ ਰਹੇ ਨੇ। ਪਰ ਜ਼ਾਹਰਾ ਤੌਰ ਦੇ ਉੱਤੇ ਮੈਂ ਸਮਝਦਾ ਵਾਂ ਕਿ ਉਹ ਗਲਤ ਆ। ਉਹਨਾਂ ਨੂੰ ਸਗੋਂ ਪੰਜਾਬ ਦੇ ਕਿਸਾਨ ਜਿਹੜੇ ਬੈਠੇ ਨੇ ਉਹਨਾਂ ਦੀ ਮਦਦ ਕਰਦਿਆਂ ਹੋਇਆਂ ਇੱਕ ਚੁਣੇ ਹੋਏ ਨੁਮਾਇੰਦਿਆਂ ਦਾ ਵਫਦ ਲੈ ਕੇ ਜ਼ਰੂਰ ਧਰਨੇ ਤੇ ਬੈਠਣਾ ਚਾਹੀਦਾ, ਉਲਟਾ ਸਪੋਰਟ ਕਰਨੀ ਚਾਹੀਦੀ। ਉਹਨਾਂ ਨੂੰ ਰੋਕਣਾ ਕਾਹਦੇ ਲਈ ਹੈਗਾ? ਇਹ ਤਾਂ ਹੁਣ ਮਸਲਾ ਦੇਖੋ, ਇੱਕ ਪਾਸੇ ਅਸੀਂ ਵਾਜਬ ਮੰਗਾ ਕਹਿ ਰਹੇ ਹਾਂ ਔਰ ਮੈਂ ਮੰਗ ਨੂੰ ਵਾਜਬ ਤਾਂ ਕਹਿਣਾ ਵਾਂ ਕਿ ਦੇਖੋ ਕਿਸਾਨ ਨੂੰ ਪਤਾ ਵਾ ਕਿ ਅਸੀਂ ਅੱਜ 1 ਲੱਖ ਕਰੋੜ ਦੇ ਕਰਜ਼ਈ ਆ, ਸਾਡੇ ਘਰਾਂ ਦੇ ਵਿੱਚ ਆਤਮ ਹੱਤਿਆ ਹੋ ਰਹੀ। ਉਹ ਕਹਿੰਦੇ ਚੰਗਾ ਕੋਈ ਗੱਲ ਨਹੀਂ, ਸਾਨੂੰ ਇਹੀ ਐਮਐਸਪੀ ਦੀ ਪ੍ਰਣਾਲੀ ਦੇ ਦਿਓ ਜਿਹਨੇ ਸਾਨੂੰ ਕਰਜ਼ਾ ਦਿੱਤਾ। ਜਦ ਕਿ ਇਹਦੇ ਤੋਂ ਵੱਧ ਕੇ ਕਿਸਾਨਾਂ ਦੇ ਜਿਹੜੇ ਅਸਲ ਹਕੂਕ ਆ ਉਹ ਸਵਾਮੀਨਾਥਨ ਕਮੇਟੀ ਰਿਪੋਰਟ ਦੀ ਰეკਮੈਂਡੇਸ਼ਨ ਆ। ਖੈਰ ਸਭ ਲੱਗਦਾ ਨਹੀਂ ਫਿਰ ਕਿ ਇਸ ਤੋਂ ਅੱਗੇ ਮੰਗ ਰੱਖਣੀ ਚਾਹੀਦੀ। ਅੱਜ ਵੱਡਾ ਸੰਘਰਸ਼ ਹੈ ਤਾਂ ਉਹ ਐਮਐਸਪੀ ਦੇ ਵਿੱਚੋਂ ਤਾਂ ਤੁਸੀਂ ਵੀ ਮੰਨਦੇ ਹੋ ਕਿ ਲਾਗਤ ਵੀ ਪੂਰੀ ਨਹੀਂ ਹੋਈ, ਖੁਦਕੁਸ਼ੀਆਂ ਹੀ ਮਿਲੀਆਂ ਨੇ, ਕਰਜ਼ਾ ਹੀ ਮਿਲਿਆ ਹੈ, ਤਾਂ ਆਪਾਂ ਇਹ ਤੋਂ ਅੱਗੇ ਦੀ ਕੋਈ ਮੰਗ ਬਣਵਾ ਕੇ ਚੱਲੀਏ ਇੱਥੇ ਇਕੱਠੇ ਹੋਏ। ਫਿਲਹਾਲ ਜਿਹੜੇ ਇਹਨਾਂ ਨੇ ਆਹ 3 ਇਸ਼ੂਜ਼ ਲਏ ਨੇ, ਐਂਟੀ ਫਾਰਮਰ ਲਾਜ਼ ਲਏ ਨੇ, ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ 2020 ਜਿਹਦੇ ਚ ਕੇਂਦਰ ਸਰਕਾਰ ਨੇ ਸੂਬਿਆਂ ਦੇ ਅਧਿਕਾਰ ਖੋਹ ਕੇ ਤੇ ਰੈਗੂਲੇਟਰ ਇਲੈਕਟ੍ਰਿਸਿਟੀ ਦੇ ਲਾਉਣੇ ਆਪ ਤੈਅ ਕੀਤੇ ਸੀਗੇ, ਉਹ ਸਾਡੇ ਅਧਿਕਾਰਾਂ ਦੇ ਉੱਤੇ ਡਾਕਾ ਸੀ। ਦੈਟ ਮੀਨਸ ਉਹ ਫੈਡਰਲ ਢਾਂਚੇ ਨਾਲ ਕਨੈਕਟਡ ਡਿਮਾਂਡ ਆ। ਇੱਕ ਜਿਹੜਾ ਪਰਾਲੀ ਸਾੜਨ ਦਾ ਜਿਹੜਾ ਕਰੋੜ ਰੁਪਇਆ ਜੁਰਮਾਨਾ ਸੀ, ਉਹ ਡਰੇਕੋਨੀਅਨ ਲਾਜ਼ ਜਿੱਦਾਂ ਟਾਡਾ ਪੋਟਾ, ਇਹ ਸਾਰੇ ਲਾਜ਼ ਦਾ ਖਿਲਾਫਤ ਕੀਤੀ ਹੈ। ਇਹ ਮੁੱਦੇ ਵੀ ਕਾਫੀ ਅੱਛੇ ਨੇ। ਤਾਂ ਮੈਂ ਸਮਝਦਾ ਕਿ ਅਗਰ ਅਸੀਂ ਇਹ ਸੰਘਰਸ਼ ਵਿੱਚ ਇਹ ਮੁੱਦਿਆਂ ਤੇ ਪ੍ਰਾਪਤੀ ਕਰਦੇ ਹਾਂ ਤੇ ਉਹ ਦਿਨ ਦੂਰ ਨਹੀਂਗਾ ਜਿੱਦਣ ਪੰਜਾਬ ਹੁਣ ਆਪਣੀ ਗੱਲ ਨੂੰ ਸਮਝ ਚੁੱਕਾ ਵਾ ਕਿ ਪਿਛਲੇ 73 ਸਾਲ ਤੋਂ ਸਾਡੇ ਨਾਲ ਦਿੱਲੀ ਦੀ ਜਿਹੜੀਆਂ ਸਰਕਾਰਾਂ ਉਹ ਲਗਾਤਾਰ ਬੇਈਮਾਨੀ ਕਰਦੀਆਂ ਆਈਆਂ ਨੇ। ਜਿਹੜੇ ਅਸਲ ਵੱਡੇ ਇਸ਼ੂਜ਼ ਨੇ, ਖੁਦ ਮੁਖਤਿਆਰੀ ਦੇ, ਵੱਧ ਅਧਿਕਾਰਾਂ ਦੇ, ਪੰਜਾਬ ਦੇ ਪਾਣੀਆਂ ਦੇ, ਪੰਜਾਬ ਦੀ ਰਾਜਧਾਨੀ ਦੇ, ਉਹ ਮੁੱਦੇ ਮੁੱਕੇ ਨਹੀਂਗੇ, ਉਹ ਮੁੱਦੇ ਜਾਗਦੇ ਨੇ, ਸਿਰਫ ਉਹ ਬੈਕਡ੍ਰੌਪ ਤੇ ਨੇ। ਇਸ ਕਰਕੇ ਇੱਕ ਵਾਰ ਇਹ ਮਸਲਾ ਹੱਲ ਹੋ ਜੇ, ਤੁਸੀਂ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਹੀ ਕਿਸੇ ਵਕਤ ਇਹਨਾਂ ਮੁੱਦਿਆਂ ਦੇ ਉੱਤੇ ਵੀ ਲੋਕੀ ਪੰਜਾਬ ਦੇ ਪਹਿਰਾ ਦੇਣਗੇ ਔਰ ਹੱਲ ਕਰਵਾਉਣਗੇ। ਠੀਕ ਹੈ, ਪੋਲੀਟੀਕਲ ਪਾਰਟੀਆਂ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਹੋ? ਅਕਾਲੀ ਦਲ ਹੈ, ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ। ਜੇ ਤੁਸੀਂ ਤੁਹਾਡੇ ਨਾਲ ਗੱਲ ਕੀਤੀ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਤੁਸੀਂ ਰਾਈਟ ਸਾਈਡ ਤੇ ਬੈਠੇ, ਜੰਤਰ ਮੰਤਰ ਤੇ ਧਰਨਾ ਦਿੱਤਾ, ਇੱਕ ਦਿਨ ਦਾ ਸੀਗਾ, ਦੁਆਰਾ ਕਾਂਗਰਸੀ ਕਦੇ ਆਏ ਨਹੀਂ ਹੈਗੇ। ਕੇਜਰੀਵਾਲ ਹੋਰਾਂ ਦੀ ਗੱਲ ਕਰੀਏ ਤਾਂ ਕੁਝ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਪੀਐਮ ਦੀ ਰਿਹਾਇਸ਼ ਦੇ ਬਾਹਰ ਕੀਤਾ, ਗ੍ਰਿਫਤਾਰੀਆਂ ਹੋਈਆਂ ਨੇ। ਦੇਖੋ ਜਿਹੜਾ ਅਸੀਂ ਉਦੋਂ ਧਰਨੇ ਤੇ ਆਏ ਨਾ ਦਿੱਲੀ, ਉਹਦੇ ਚ ਇਹ ਸੀਗਾ ਕਿ ਅਸੀਂ ਇੱਕ ਵਿਧਾਨ ਸਭਾ ਚ ਮਤਾ ਪਾਸ ਕੀਤਾ ਸੀਗਾ ਮੋਦੀ ਦੇ ਕਾਨੂੰਨਾਂ ਦੇ ਖਿਲਾਫ। ਜਦੋਂ ਉਹਨਾਂ ਨੇ ਅੱਗੇ ਗਵਰਨਮੈਂਟ ਨੇ ਕਿਹਾ ਕਿ ਇਹਨੂੰ ਫਰਦਰ ਕਰਨ ਵਾਸਤੇ ਇੱਕ ਆਲ ਪਾਰਟੀ ਮੀਟਿੰਗ ਜਿਹੜੀ ਆ ਜੰਤਰ ਮੰਤਰ ਤੇ ਪ੍ਰੋਟੈਸਟ ਕਰੇਗੀ ਜਾਂ ਰਾਸ਼ਟਰਪਤੀ ਨੂੰ ਮਿਲੇਗੀ, ਜੇ ਅਸੀਂ ਉਹਦੇ ਵਿੱਚੋਂ ਭੱਜ ਜਾਂਦੇ ਤੇ ਫਿਰ ਲੋਕਾਂ ਨੇ ਕਹਿਣਾ ਸੀਗਾ ਫਿਰ ਤੁਸੀਂ ਵਿਧਾਨ ਸਭਾ ਚ ਅੰਦਰ ਕਿਉਂ ਸਾਥ ਦਿੱਤਾ। ਜਦੋਂ ਆਮ ਆਦਮੀ ਪਾਰਟੀ ਦੇ ਸਾਰੇ ਮੈਂਬਰਾਂ ਨੇ ਅੰਦਰ ਸਾਥ ਦਿੱਤਾ, ਗਵਰਨਰ ਪੰਜਾਬ ਨੂੰ ਮਿਲਣਗੇ, ਫਿਰ ਥੋੜੀ ਦੇਰ ਬਾਅਦ ਤੋਂ ਮੁੱਕਰ ਗਏ ਕਿਉਂਕਿ ਉਹਨਾਂ ਨੂੰ ਐਂ ਲੱਗਣ ਲੱਗ ਗਿਆ ਕਿ ਸ਼ਾਇਦ ਵੋਟਾਂ ਦਾ ਨੁਕਸਾਨ ਤਾਂ ਨਹੀਂ ਸਾਨੂੰ ਹੋ ਜਾਊਗਾ। ਜਦ ਕਿ ਅਸੀਂ ਉਸ ਵਿਧਾਨ ਸਭਾ ਦੇ ਮਤੇ ਤੇ ਪਹਿਰਾ ਦਿੰਦੇ ਹੋਏ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਦਿੱਲੀ ਦੇ ਧਰਨੇ 'ਚ ਆਏ ਸੀ। ਹਾਂ, ਇੱਕ ਗੱਲ ਮੈਨੂੰ ਦੁੱਖ ਆ ਕਿ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਸਰਕਾਰ ਨੂੰ ਉਸ ਸੰਘਰਸ਼ ਨੂੰ ਆਪਣੇ ਲੈਵਲ ਦੇ ਉੱਤੇ ਹੋਰ ਤੋਰਨਾ ਚਾਹੀਦਾ ਸੀਗਾ, ਉਹ ਨਹੀਂ ਕੀਤਾ ਉਹਨਾਂ ਨੇ। ਆਮ ਆਦਮੀ ਬਾਰੇ ਮੈਂ ਕਹਿਣਾ ਚਾਹੁੰਦਾ ਵਾਂ ਕਿ ਕੇਜਰੀਵਾਲ ਨਾ ਡੁਪਲਿਸਿਟੀ ਕਰ ਰਹੇ ਨੇ। ਇੱਕ ਪਾਸੇ ਉਹਨਾਂ ਨੇ ਨੋਟੀਫਿਕੇਸ਼ਨ 23 ਨਵੰਬਰ ਦੀ 3 ਕਾਨੂੰਨਾਂ ਨੂੰ ਚੋਂ ਇੱਕ ਨੂੰ ਇੰਪਲੀਮੈਂਟ ਕੀਤਾ, ਕਲੀਅਰਲੀ ਇੰਪਲੀਮੈਂਟ ਕੀਤਾ। ਮੰਨੇ ਨਹੀਂ, ਮੀਡੀਆ ਤੇ ਪੁੱਛਿਆ ਗਿਆ ਨਹੀਂ, ਕਿਉਂ ਨਹੀਂ ਮੰਨਦੇ? ਉਹਨਾਂ ਨੇ ਨੋਟੀਫਿਕੇਸ਼ਨ ਦੀ ਤਾਂ ਗੱਲ ਹੀ ਨਹੀਂ ਕਰਦੇ। ਉਹ ਤਾਂ ਇਹੀ ਕਹੀ ਜਾਂਦੇ ਮੇਰੇ ਉੱਪਰ ਇਲਜ਼ਾਮਬਾਜ਼ੀ ਲਗਾ ਰਹੇ ਆ। ਇਲਜ਼ਾਮਬਾਜ਼ੀ ਨਹੀਂ, ਵੀ ਇੱਕ ਨੋਟੀਫਿਕੇਸ਼ਨ ਹੈ। ਅਗਰ ਉਹ ਵਾਕਈ ਹੀ ਪੰਜਾਬ ਤੇ ਕਿਸਾਨਾਂ ਦੇ ਹਿਤੈਸ਼ੀ ਨੇ, ਇੱਕ ਨੋਟੀਫਿਕੇਸ਼ਨ ਵਿਡਰਾਅ ਕਰ ਦੇਣ ਤੇ ਇੱਕ ਦਿੱਲੀ ਦੀ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਤੇ ਇਹਨਾਂ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰ ਦੇਣ। ਬਸ ਇੰਨਾ ਹੀ ਬਹੁਤ ਆ, ਪਤਾ ਲੱਗ ਜਾਊਗਾ ਕਿ ਹਾਂ ਵੀ ਇਹ ਪਾਰਟੀ ਵੀ ਬਿਲਕੁਲ ਲੋਕਾਂ ਦੇ ਨਾਲ ਖੜੀ। ਉਹ ਕਹਿੰਦੇ ਕਿ ਫਾਇਦਾ ਨਹੀਂ ਹੋਣਾ ਹੈਗਾ, ਇਸ ਕਰਕੇ ਨਹੀਂ ਕਰਦੇ ਅਸੀਂ ਵਿਧਾਨ ਸਭਾ 'ਚ ਮਤਾ, ਅਸੀਂ ਇਸ ਕਰਕੇ ਨਹੀਂ ਲੈ ਕੇ ਆਉਂਦੇ ਕਿਉਂਕਿ ਉਹਦਾ ਕੋਈ ਫਾਇਦਾ ਨਹੀਂ ਹੈਗਾ। ਨਹੀਂ, ਇਹਦਾ ਮਤਲਬ ਹੈ ਕਿ ਅਸੀਂ ਵਿਰੋਧ ਕਰਨ ਦਾ ਆਪਣਾ ਅਧਿਕਾਰ ਸਰੈਂਡਰ ਕਰ ਦਈਏ। ਇਹ ਤਾਂ ਫਿਰ ਸਿੱਧਾ ਸਿੱਧਾ ਆਤਮ ਸਮਰਪਣ ਕਹਿੰਦੇ ਹੁੰਦੇ ਜਿਹਨੂੰ, ਹੱਥ ਖੜੇ ਕਰਕੇ ਸਰੈਂਡਰ ਕਰਨਾ ਕਿ ਜੋ ਤੁਸੀਂ ਬਣਾਤਾ। ਆ ਜਿਹੜੇ ਪੰਜਾਬ ਦੇ ਲੋਕ ਆਏ ਅਜੇ ਇਹ ਵੀ ਕਹਿੰਦੇ ਜੀ ਹੁਣ ਫਾਇਦਾ ਕੋਈ ਨਹੀਂ, ਕੇਂਦਰ ਨੇ ਤਾਂ ਸਰਕਾਰ ਨੇ ਕਾਨੂੰਨ ਬਣਾਤੇ, ਫਿਰ ਲੜਨਕਾ ਦੇ ਲਈ ਆਏ ਨੇ। ਇਹ ਤਾਂ ਉਹਨਾਂ ਦੀ ਮਾਨਸਿਕ ਕਮਜ਼ੋਰੀ ਦਾ ਮੁਜ਼ਾਹਰਾ ਕਰ ਰਹੇ ਨੇ। ਜਰਨੈਲ ਸਿੰਘ ਨੇ ਇੰਚਾਰਜ, ਉਹਨਾਂ ਨੇ ਕਿਹਾ ਕਿ ਧੋਖਾ ਕੀਤਾ, ਕੋਈ ਫਾਇਦਾ ਨਹੀਂ। ਉਹਨਾਂ ਦਾ ਬਿਆਨ ਤੁਸੀਂ ਵੀ ਸੁਣਿਆ ਹੋਣਾ।
ਨਹੀਂ ਉਹਨਾਂ ਨੂੰ ਮੈਂ ਹੁਣ ਬਹੁਤਾ ਇਹਦੇ ਤੇ ਟਿੱਪਣੀ ਨਾ ਹੀ ਕਰਾਂ, ਸਿਰਫ ਦੋ ਕੰਮ ਕਰ ਦੇਣ, ਇੱਕ ਨੋਟੀਫਿਕੇਸ਼ਨ ਵਿਡਰਾਅ ਕਰ ਦੇਣ, ਠੀਕ ਹੈ। ਇੱਕ ਜਿਹੜਾ ਹੈ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰ ਦੇਣ, ਕਿਉਂਕਿ ਜਿਹੜਾ ਉਹਨਾਂ ਨੇ ਹਲੇ ਤੱਕ ਐਕਟੀਵਿਟੀ ਕੀਤੀ ਹੈ ਨਾ, ਉਹ ਕਿਤੇ ਨਾ ਕਿਤੇ ਸਾਨੂੰ ਇੱਕ ਫਾਰਸ ਨਜ਼ਰ ਆ ਰਹੀ ਹੈ। ਇੱਕ ਜਿੱਦਾਂ ਲੋਕ ਦਿਖਾਵਾ ਵਾ, ਬੁਰਾੜੀ ਦੇ ਵਿੱਚ ਜਿੱਦਾਂ ਇੱਕ ਪੂਰਾ ਵੱਡਾ ਮੈਦਾਨ ਨਿਰੰਕਾਰੀਆਂ ਦਾ ਬਣਾਤਾ, ਉੱਥੇ ਆਪਣੇ ਪੋਸਟਰ ਲਾਤੇ, ਸ਼ਾਇਦ ਹਲੇ ਵੀ ਲੱਗੇ ਹੋਣਗੇ, ਕੇਜਰੀਵਾਲ ਵੱਲੋਂ ਲੰਗਰ ਪਰ ਉਹਨਾਂ ਨੇ ਕਿਹਾ ਕਿ ਅਸੀਂ ਜੇਲਾਂ ਓਪਨ ਜੇਲਾਂ ਦੇਣ ਤੋਂ ਇਨਕਾਰ ਕੀਤਾ ਕੇਜਰੀਵਾਲ ਉਹ ਵੀ ਸਰਕਾਰ। ਝੂਠ ਬੋਲਦੇ ਨੇ। 26 ਨਵੰਬਰ ਨੂੰ ਜਿੱਦਣ ਅਸੀਂ 4 MLA ਗ੍ਰਿਫਤਾਰ ਕੀਤੇ ਗਏ ਆ ਦਿੱਲੀ ਪੁਲਿਸ ਵੱਲੋਂ, ਸਾਨੂੰ ਹਰੀਨਗਰ ਸਟੇਡੀਅਮ ਤੇ ਰੱਖਿਆ ਵਾ। ਸਾਡੇ ਨਾਲ JNU ਦੀ ਜਿਹੜੀ ਸੀਗੀ ਉਹ ਲੜਕੀ ਪ੍ਰੈਜ਼ੀਡੈਂਟ ਆ ਆਇਸ਼ੀ ਘੋਸ਼, ਤੇ 100 ਨੌਜਵਾਨ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਦਾ ਸਾਨੂੰ ਉੱਥੇ ਉਸੇ ਸਟੇਡੀਅਮ ਵਿੱਚ ਗ੍ਰਿਫਤਾਰ ਕਰਕੇ ਰੱਖਿਆ ਗਿਆ ਵਾ। ਕਹਿਣ ਨੂੰ ਹੋਰ ਡਬਲ ਹੈ ਫਿਰ ਤਾਂ ਹਾਂ, ਮੈਂ ਤਾਂ ਤੁਹਾਨੂੰ ਕਹੀ ਜਾਂਦਾ ਜਿਹੜੇ ਕਹਿੰਦੇ। ਔਰ ਬੁਰਾੜੀ ਵੀ ਕੀ ਹੈ, ਬੇਸਿਕਲੀ ਇਟਸ ਐਨ ਓਪਨ ਜੇਲ। ਉਹ ਐਡਾ ਨੀਵਾਂ ਥਾਂ ਵਾ ਤੇ ਉਹ ਨਿਰੰਕਾਰੀਆਂ ਦਾ ਥਾਂ ਵਾ। ਉੱਥੇ ਕੇਜਰੀਵਾਲ ਤੇ ਦਿੱਲੀ ਅਮਿਤ ਸ਼ਾਹ ਚਾਹੁੰਦੇ ਸੀ ਵੀ ਕਦੀ ਰੇੜ ਕੇ ਕਿਸਾਨਾਂ ਨੂੰ ਉਹਦੇ 'ਚ ਵਾੜ ਦਈਏ ਤੇ ਮੁੜ ਕੇ ਫਿਰ ਨਾ ਉੱਥੋਂ ਨਿਕਲਣ ਜੋਗੇ, ਤੇ ਆਪਣੇ ਅਹਿਸਾਸ ਕਰਾਉਣਾ ਚਾਹੁੰਦੇ ਸੀ ਕਿ ਜਿੱਦਾਂ ਅਸੀਂ ਜਿਹੜਾ ਲੰਗਰ ਹੈ ਨਾ, ਇਹ ਗੁਰੂ ਨਾਨਕ ਦਾ ਚਲਾਈ ਹੋਈ ਪ੍ਰਥਾ ਵਾ। ਇਹ ਕਿਸੇ ਪੰਜਾਬ ਦੇ ਲੋਕਾਂ ਨੂੰ ਕੋਈ ਕਿਸੇ ਕੇਜਰੀਵਾਲ ਜਾਂ ਕਿਸੇ ਅਮਿਤ ਸ਼ਾਹ ਦੀ ਕੋਈ ਅਹਿਸਾਨ ਦੀ ਜ਼ਰੂਰ ਨਹੀਂ ਗੀ। ਜਿਹੜਾ ਕੁਝ ਇੱਥੇ ਲੋਕ ਆਏ ਹੋਏ ਨੇ ਆਪਣਾ ਅਧਿਕਾਰ ਲੈਣ ਆਏ ਨੇ, ਇਹ ਮੰਗਣ ਨਹੀਂ ਆਏ, ਲੈ ਕੇ ਜਾਣਗੇ। ਇਹਨਾਂ ਨੂੰ ਉਸ ਦੀ ਮਾਨਸਿਕਤਾ ਦਾ ਹੀ ਨਹੀਂ ਹਲੇ ਇਲਮ ਹੈਗਾ ਮੇਰੇ ਹਿਸਾਬ ਨਾਲ। ਖਹਿਰਾ ਸਾਹਿਬ, ਕਈ ਲੀਡਰ ਆਏ, ਕੁਝ ਦਾ ਵਿਰੋਧ ਵੀ ਹੋਇਆ, ਇੱਥੇ ਆਏ ਗੁਰਜੀਤ ਸਿੰਘ ਔਜਲਾ ਜਾਂ ਕੁਝ ਹੋਰ ਨਾਮ ਨੇ, ਤੁਸੀਂ ਵੀ ਇੱਥੇ ਆਏ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਰੋਸਾ ਹੈ ਲੋਕਾਂ ਦਾ, ਜਿਹੜਾ ਉਹਨਾਂ ਦੇ ਖਿਲਾਫ ਇੱਕ ਅੰਦਰੋਂ ਦਿਲੋਂ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਲੀਡਰਾਂ ਨੇ ਸਾਡੇ ਨਾਲ ਜਿਸ ਤਰ੍ਹਾਂ ਕਰਨਾ ਚਾਹੀਦਾ ਸੀ, ਖੜਨਾ ਚਾਹੀਦਾ ਸੀ, ਉਵੇਂ ਖੜੇ ਨਹੀਂ ਹੈਗੇ, ਉਹ ਵਿਰੋਧ ਜਾਇਜ਼ ਆ ਲੋਕਾਂ ਦਾ? ਕੀ ਲੱਗਦਾ? ਮੇਰਾ ਖਿਆਲ ਹੈ ਕਿ ਦੇਖੋ, ਕੁਝ ਜਿਹੜਾ ਪਿਛਲੇ ਕੁਝ ਦਹਾਕਿਆਂ ਤੋਂ ਲੀਡਰਸ਼ਿਪ ਹੈ ਨਾ, ਉਹ ਬੇਈਮਾਨ ਜੀ ਹੋ ਗਈ ਬਿਲਕੁਲ ਹੀ। ਮੈਂ ਤੁਹਾਨੂੰ ਅੱਛੀ ਤਰ੍ਹਾਂ ਦੱਸ ਦਿੰਦਾ, ਮੈਂ ਕਾਲਜ 'ਚ ਪੜ੍ਹਦਾ ਸੀ 1985। ਪੰਜਾਬ ਦੇ ਸਿਰ ਤੇ ਇੱਕ ਨਵੇਂ ਪੈਸੇ ਦਾ ਕਰਜ਼ਾ ਨਹੀਂ ਸੀ, ਰੈਵਨਿਊ ਸਰਪਲਸ ਸਟੇਟ ਸੀ। ਯਕੀਨ ਰੱਖਣਾ, ਮੈਂ ਗਲਤ ਨਹੀਂ ਕਹਿ ਰਿਹਾ, ਸਾਡੇ ਸਰਕਾਰੀ ਸਕੂਲ ਕਾਫੀ ਅੱਛੇ ਸੀ। ਸਾਰਾ ਬਹੁਤਾ ਇਲਾਜ ਮੇਰੇ ਆਪਣੇ ਪੇਰੈਂਟਸ ਸਰਕਾਰੀ ਹਸਪਤਾਲ ਤੋਂ ਕਰਾਉਂਦੇ ਸੀ। ਸੜਕਾਂ, ਮੇਨਟੇਨੈਂਸ ਆਫ ਰੋਡਸ, ਪਿੰਡਾਂ ਵਿੱਚ ਡਿਸਪੈਂਸਰੀਆਂ, ਪਿੰਡਾਂ 'ਚ ਪਸ਼ੂਆਂ ਦੇ ਹਸਪਤਾਲ, ਇਹ ਸਾਰਾ ਕੁਝ ਠੀਕ ਠਾਕ ਸੀ। ਢਾਂਚਾ ਸੀ ਸਾਰਾ। ਹਾਂ, ਮੁਲਾਜ਼ਮਾਂ ਨੂੰ ਤਨਖਾਹ, ਕਰਪਸ਼ਨ ਸੀਗੀ, ਪਰ ਕਰਪਸ਼ਨ ਤੋਂ ਲੋਕੀ ਡਰਦੇ ਬੜੇ ਸੀ। ਜਦੋਂ ਮੈਂ ਐਫੀਡੇਵਿਟ ਦਿੱਤਾ ਕਿ ਮੇਰੇ ਕੋਲੋਂ ਫਰਜ਼ ਕਰੋ ਕਿਸੇ ਆਦਮੀ ਨੇ ਕਿਹਾ ਕਿ ਮੇਰੇ ਕੋਲ 10,000 ਰੁਪਇਆ SHO ਨੇ ਮੰਗਿਆ, ਥਰ ਥਰ ਕੰਬਦੇ ਸੀਗੇ। ਹੁਣ ਤਾਂ ਤੁਸੀਂ ਐਫੀਡੇਵਿਟ ਛੱਡ ਕੇ ਮੈਂ ਕਹਿੰਦਾ ਵੀਡੀਓ ਬਣਾ ਕੇ ਦੇ ਦਿਓ ਸਰਕਾਰ ਨੂੰ, ਤੇ ਕੋਈ ਪੁੱਛਦਾ ਨਹੀਂਗਾ। ਜਿਹੜਾ ਪਿਛਲੇ ਕੁਝ ਦਹਾਕਿਆਂ 'ਚ ਲੁੱਟ ਖਸੁੱਟ ਹੋਈ ਹੈ ਨਾ, ਉਹਦੇ ਨਾਲ ਪੰਜਾਬ ਦੇ ਵਿੱਚ ਲੋਕਾਂ 'ਚ ਬਹੁਤ ਕੀ ਕਹਿੰਦੇ ਹੁੰਦੇ ਆ, ਨਮੋਸ਼ੀ ਆ। ਪੋਲੀਟੀਸ਼ੀਅਨ ਜ਼ਿੰਮੇਵਾਰ ਹੈ। ਸਾਰੀਆਂ ਪੋਲੀਟਿਕਲ ਇੱਕ ਸਿਸਟਮ ਦੇ ਖਿਲਾਫ, ਵਿੱਚ ਅਫਸਰਾਂ ਦਾ ਨਾਮ ਨਹੀਂ ਲੈਂਦੇ ਲੋਕੀ, ਭੁੱਲ ਜਾਂਦੇ ਨੇ। ਉਹ ਵੱਡੇ ਲੁਟੇਰੇ ਅਫਸਰ ਬੈਠੇ ਨੇ। ਇਹ ਜਿਹੜੇ ਪੋਲੀਟੀਕਲ ਲੁਟੇਰੇ ਆ ਤਾਂ 5 ਸਾਲ ਇੱਕ ਆਇਆ ਲੁੱਟਣ ਤੇ 5 ਸਾਲ ਇੱਕ ਆਇਆ ਲੁੱਟਣ, ਉਹ ਤਾਂ ਪੱਕੇ 35-40 ਸਾਲ ਦੇ ਉਹਨਾਂ ਨੂੰ ਤਾਂ ਲਾਇਸੈਂਸ ਮਿਲਿਆ। ਔਰ ਅੱਜ ਦਫ਼ਤਰ ਜਿਹੜੇ ਨੇ ਇਸ ਪੰਜਾਬ ਦੇ ਵਿੱਚ ਐ ਕਈ ਵਾਰੀ ਲੱਗਦਾ ਹੁੰਦਾ ਜਿੱਦਾਂ ਨਾ ਇਹ ਭ੍ਰਿਸ਼ਟਾਚਾਰ ਦੇ ਮਨਜ਼ੂਰਸ਼ੁਦਾ ਅੱਡੇ ਨੇ। ਪਰ ਜਦੋਂ ਸਰਕਾਰ ਬਣਦੀ ਹੈ ਤਾਂ ਹਮੇਸ਼ਾ ਹੀ ਜ਼ੀਰੋ ਟੋਲਰੈਂਸ ਸੁਣਦੇ ਆ ਅਸੀਂ, ਹਮੇਸ਼ਾ ਹੀ। ਉਹ ਸਟਾਰਟਿੰਗ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਵੀ ਇੱਕ ਸ਼ਾਇਦ ਮੁਲਾਜ਼ਮ ਨੂੰ ਫੜਿਆ, ਜ਼ੀਰੋ ਟੋਲਰੈਂਸ ਜ਼ੀਰੋ ਟੋਲਰੈਂਸ। ਉਹ ਤੋਂ ਬਾਅਦ ਅਗਲੇ 5 ਸਾਲ ਕਿਤੇ ਦਿਖਦੀ ਨਹੀਂ ਜ਼ੀਰੋ ਟੋਲਰੈਂਸ। ਨਹੀਂ, ਐਕਚੁਅਲੀ ਉਹ ਤੁਸੀਂ ਗਲਤ ਸਮਝਦੇ ਲੋਕੀ। ਉਹ ਇਹ ਕਹਿਣਾ ਚਾਹੁੰਦੇ ਹੁੰਦੇ ਆ ਕਿ ਅਸੀਂ 100% ਟੋਲਰੈਂਸ ਕਰਾਂਗੇ ਕਰਪਸ਼ਨ ਨੂੰ, ਤੇ ਪੂਰੇ ਦਰਵਾਜ਼ੇ ਖੋਲਾਂਗੇ ਜਿਹੜੇ ਮਗਰਲੇ ਨਹੀਂ ਖੋਲ ਕੇ ਗਏ ਸੀਗੇ। ਇਸ ਕਰਕੇ ਉਹ ਸਮਝਣ ਵਿੱਚ ਆਪਾਂ ਨੂੰ ਭੁਲੇਖਾ ਪੈਂਦਾ। ਇਹੀ ਤਾਂ ਉਹਨਾਂ ਦੀ ਸ਼ੈਤਾਨੀ ਆ, ਇਹਦੇ ਕਰਕੇ ਉਹਨਾਂ ਦੀ ਕ੍ਰੈਡੀਬਿਲਿਟੀ ਡਾਊਨ ਗਈ ਆ। ਇਸ ਕਰਕੇ ਜੋ ਕਿਸਾਨਾਂ ਦੇ ਸੰਘਰਸ਼ ਆ, ਅਸੀਂ ਉਹਦਾ ਸਲੂਟ ਕਰਦੇ ਆ, ਸਲਾਮ ਕਰਦੇ ਆ, ਤੇ ਪੋਲੀਟੀਕਲ ਪਾਰਟੀਆਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜ਼ਿਆਦਾ ਚਲਾਕੀ ਜੀ ਨਾ ਖੇਡੋ। ਇਹ ਜੇ ਝੰਡੇ ਜੇ ਨਾ ਚੱਕੇ ਹੁੰਦੇ ਉਦਣ ਦੇ, ਪਹਿਲਾਂ ਦੇਖੋ ਹੁਣ ਕਿੱਥੇ ਗਏ ਉਹ ਟਰੈਕਟਰਾਂ ਦੀ ਰੈਲੀ, ਕਿੱਥੇ ਗਈ ਦੱਸੋ? ਜਿਹੜਾ ਲੈਂਡ ਆਗੂ ਪੁੱਛਦੇ ਨੇ, ਸੁਖਬੀਰ ਬਾਦਲ ਨੇ ਏਡਾ ਵੱਡਾ ਉਹ ਲੈਂਡ ਕਰੂਜ਼ਰਾਂ ਵਾਲਾ ਇੱਕ ਗੱਡੀਆਂ ਦਾ ਕਰੋੜ ਦੀ ਗੱਡੀ ਦਾ ਜਲੂਸ ਕਿੱਥੇ ਗਿਆ ਉਹ? ਠੀਕ ਹੈ, ਭਗਵੰਤ ਮਾਨ ਕਹਿੰਦਾ ਮੈਂ ਗ੍ਰਾਮ ਸਭਾ ਦੇ ਮਤੇ ਸਾਰੇ, ਉਹ ਕਿੱਥੇ ਗ੍ਰਾਮ ਸਭਾ ਦੇ ਮਤੇ ਦੱਸੇ ਹੀ ਨਹੀਂ ਮੁੜ ਕੇ। ਇਹ ਸਟੰਟ ਨੇ ਸਾਰੇ। ਇਸ ਤੋਂ ਜ਼ਿਆਦਾ ਹੋਰ ਮੈਂ ਕੀ ਕਹਾਂ? ਗ੍ਰਾਮ ਸਭਾ ਦੇ ਮਤੇ ਅਗਰ ਪਾਸ ਕਰਾਉਣੇ ਸੀ, 13,000 ਪਿੰਡ ਆ, ਸਾਨੂੰ ਦੱਸ ਤਾਂ ਦੇਣ ਕਿ ਕਿੰਨੇ ਮਤੇ ਪਾਸ ਹੋ ਗਏ ਨੇ। ਜੇ ਕਿਰਾਏ ਨੇ ਤੇ ਫਿਰ ਉਹ ਲਿਜਾਣੇ ਕਿੱਥੇ ਨੇ? ਕਿ ਆਪਾਂ ਉਹਦੇ ਵਾਸਤੇ ਨਾਲ ਉਹਨਾਂ ਨੂੰ ਲੀਗਲ ਲੜਾਈ ਲੜਨੀ ਆ, ਆਪਾਂ ਸੁਪਰੀਮ ਕੋਰਟ ਵਿੱਚ ਜਾਣਾ ਵਾ, ਮੁੜ ਕੇ ਦੱਸਿਆ ਕੁਝ ਨਹੀਂ ਵਿੱਚ। ਫਿਰ ਕਦੀ ਆਪਣਾ ਕੋਈ ਪ੍ਰੋਗਰਾਮ ਦੇ ਦਿੰਦੇ। ਜੋ ਹੁਣ ਅੱਜ ਦੀ ਡੇਟ ਵਿੱਚ ਪੰਜਾਬ ਵਿੱਚ ਕਿਸੇ ਪਾਰਟੀ ਦਾ ਕੋਈ ਪ੍ਰੋਗਰਾਮ ਨਹੀਂ ਚੱਲ ਰਿਹਾ। ਸਾਰੀਆਂ ਪਾਰਟੀਆਂ ਰੱਖਣ ਦੀ ਕੋਸ਼ਿਸ਼ ਕਰਦੀਆਂ, ਮੁੜ ਕੇ ਦੇਖਦੀਆਂ ਵੀ ਨਹੀਂ ਗੱਲ ਬਣਦੀ, ਫਿਰ ਉੱਥੇ ਘੁੰਮ ਘੁਮਾ ਕੇ ਆਣ ਕੇ ਜਿਹੜੀਆਂ ਚੁੱਪ ਕਰ ਜਾਂਦੀਆਂ ਨੇ। ਇਹਦੇ ਨਾਲ ਚੰਗਾ ਇਹ ਨਹੀਂਗਾ ਕਿ ਅਸੀਂ ਬਿਲਕੁਲ ਸਾਰੇ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ
ਤੇ ਇਹਨਾਂ ਦੀ ਪੂਰੀ ਜਿੰਨੀ ਮਦਦ ਕਰ ਸਕਦੇ। ਜੇ ਤੁਸੀਂ ਇੱਥੇ ਆਣ ਕੇ ਨਹੀਂ ਮਦਦ ਕਰ ਸਕਦੇ, ਡਰ ਲੱਗਦਾ ਵਾ ਕਿ ਹਾਂ ਸਾਡੀ ਬੇਇੱਜ਼ਤੀ ਨਾ ਕਰਦੇ ਕੋਈ, ਤੇ ਫਿਰ 100 ਚੁਣੇ ਹੋਏ ਨੁਮਾਇੰਦੇ ਨੇ, 115 ਐਮਐਲਏ ਨੌਨ ਬੀਜੇਪੀ ਐਮਪੀਜ਼ ਤੇ ਰਾਜ ਸਭਾ ਦੇ ਮੈਂਬਰ ਆ ਜਾਓ ਦਿੱਲੀ ਇਕੱਠੇ ਕਿੱਥੇ ਬੈਠਦੇ ਆ। ਕਿੰਨੀ ਦੇਰ ਰੱਖ ਲੈਣਗੇ ਸਾਨੂੰ ਜੇਲ੍ਹਾਂ ਦੇ ਵਿੱਚ? ਕਿੰਨੀ ਦੇਰ ਰੱਖ ਲੈਣਗੇ? 6 ਮਹੀਨੇ ਰੱਖ ਲੈਣਗੇ, ਸਾਲ ਰੱਖ ਲੈਣਗੇ। ਐਮਰਜੈਂਸੀ ਲੱਗੀ ਸੀ, 19 ਮਹੀਨੇ ਲੋਕਾਂ ਨੂੰ ਨਜ਼ਰਬੰਦ ਰੱਖਿਆ ਸੀਗਾ। ਅਖੀਰ ਇੰਦਰਾ ਗਾਂਧੀ ਨੂੰ ਛੱਡਣੇ ਪਏ ਜਦੋਂ ਦੇਖਿਆ ਕਿ ਸਾਰਾ ਦੇਸ਼ ਹੀ ਖੜਾ ਹੋ ਗਿਆ ਵਾ। ਇਸ ਲਈ ਇਲੈਕਟਿਡ ਰਿਪਰੈਜ਼ੈਂਟੇਟਿਵਸ ਦੀ ਆਪਣੀ ਡਿਊਟੀ ਬਣਦੀ ਹੈ ਜਿਹੜੀ ਉਹਨਾਂ ਨੂੰ ਅੱਜ ਪੂਰੀ ਕਰਨੀ ਚਾਹੀਦੀ ਹੈ। ਇਸ ਸੰਘਰਸ਼ ਚੋਂ ਤੁਹਾਨੂੰ ਕੀ ਲੱਗਦਾ, ਕੀ ਖੱਟ ਕੇ ਲੈ ਕੇ ਜਾਵਾਂਗੇ? ਇੱਕ ਤਾਂ ਚਲੋ ਖੇਤੀ ਕਾਨੂੰਨ ਰੱਦ ਕਰਵਾ ਵੀ ਲੈ, ਲੀਡਰਸ਼ਿਪ, ਲੋਕਾਂ ਦਾ ਜਾਗਰੂਕ ਹੋਣਾ, ਕੀ ਕੁਝ ਲੱਗਦਾ ਤੁਹਾਨੂੰ? ਸਭ ਤੋਂ ਵੱਡੀ ਗੱਲ ਹੈ ਕਿ ਸਾਡੀ ਜਿਹੜੀ ਅਣਖ ਤੇ ਗੈਰਤ ਦੀ ਜਿੱਤ ਹੋਈ ਆ। ਕਈ ਵਾਰ ਐਂ ਲੱਗਦਾ ਹੁੰਦਾ ਸੀ ਕਿ ਜਿਹਦੀ ਫਿਲਮਾਂ ਬਣਾਤੀਆਂ ਉੱਡਤਾ ਪੰਜਾਬ, ਜਾਂ ਅਖਬਾਰਾਂ ਨੇ ਲੇਖ ਲਿਖ ਦਿੱਤੇ ਕਿ ਡਰੱਗਸ ਬਹੁਤ ਨੇ ਪੰਜਾਬ। ਚਲੋ ਡਰੱਗਸ ਹੈਗੇ, ਮੈਂ ਨਹੀਂ ਕਹਿੰਦਾ ਨਹੀਂ ਹੈਗੇ, ਜਾਂ ਕਹਿਤਾ ਜੀ ਕਿ ਪੰਜਾਬ ਦੇ ਲੋਕ ਆਰਾਮਪ੍ਰਸਤ ਹੋ ਗਏ ਨੇ, ਇਹ ਤਾਂ ਵਿਦੇਸ਼ਾਂ ਨੂੰ ਭੱਜ ਗਏ ਨੇ। ਪਰ ਆਹ ਜਿਹੜਾ ਸੰਘਰਸ਼ ਆ, ਇਹਨੇ ਜੋ ਸਾਡਾ ਪੁਰਾਣਾ ਇਤਿਹਾਸ ਸੀ ਨਾ, ਜਿਹੜਾ ਮਾਰ ਧਾੜ ਵਾਲਾ, ਜਿਹੜਾ ਸਾਡੇ ਬਜ਼ੁਰਗ ਪੁਰਖੇ ਮੁਗਲਾਂ ਨੂੰ ਤੇ ਅੰਗਰੇਜ਼ਾਂ ਨੂੰ ਚੁਣੌਤੀਆਂ ਦਿੰਦੇ ਸੀ, ਸਾਨੂੰ ਉਹ ਪੂਰੀ ਇੱਕ ਫਿਲਮ ਦੁਬਾਰਾ ਚੇਤੇ ਕਰਾਤੀ ਆ। ਇਹਦੇ ਸਾਡੀ ਜਿੱਤ ਹੋ ਚੁੱਕੀ ਆ। ਉਹੀ ਖੂਨ ਆ ਸਾਡਾ ਜਿਹੜਾ ਕੀ ਕਹਿੰਦੇ ਹੁੰਦੇ ਆ ਕਿ ਇੱਕ ਕਮਿਊਨਿਟੀ ਦਾ ਜਿਹੜੀ ਸਟਰੈਂਥ ਆ, ਉਸ ਵਿੱਚ ਅਸੀਂ ਪ੍ਰਾਪਤੀ ਪਾ ਚੁੱਕੇ ਆ। ਹੁਣ ਟੈਕਨੀਕਲ ਜਿੱਤ ਜਿਹੜੀ ਬਕਾਇਆ ਰਹਿੰਦੀ ਕਿ ਅਸੀਂ ਕਾਲੇ ਕਾਨੂੰਨਾਂ ਨੂੰ ਰੱਦ ਕਿੰਨਾ ਕਰਾਉਣ 'ਚ ਕਿੰਨੇ ਟਾਈਮ ਲੱਗਦਾ ਮੋਦੀ ਦੀ ਸਰਕਾਰ। ਲਾਸਟ ਸਵਾਲ ਹੈ, ਮੋਦੀ ਸਰਕਾਰ ਇੱਕ ਅੜੀਅਲ ਰਵੱਈਆ ਇਸ ਵੇਲੇ ਜੋ ਨਜ਼ਰ ਆ ਰਿਹਾ, ਉਹਨਾਂ ਨੂੰ ਲੱਗਦਾ ਹੈ ਕਿ ਸਾਹਮਣੇ ਉਹ ਇੱਕ ਹੋਰ ਸਵਾਲ ਵਿੱਚ ਹੀ ਹੈ ਕਿ ਕੀ ਲੱਗਦਾ ਕਿ ਇੰਨੇ ਲੋਕ ਨੇ, ਥੋੜਾ ਕਿਤੇ ਕਨਸੋਆਂ ਆਉਂਦੀਆਂ ਨੇ ਕਿ ਸਾਜ਼ਿਸ਼ਾਂ ਵੀ ਹੋ ਸਕਦੀਆਂ ਨੇ, ਕੋਈ ਬਲ ਦਾ ਪ੍ਰਯੋਗ ਵੀ ਹੋ ਸਕਦਾ? ਇਹੋ ਜੀ ਗੱਲ ਕਰਨਗੇ ਤਾਂ ਬਹੁਤ ਵੱਡੀ ਗਲਤੀ ਕਰਨਗੇ। ਦੇਖੋ ਅੱਜ ਇਸ ਦੇਸ਼ ਤੇ 3-4 ਕਾਲੇ ਧੱਬੇ ਨੇ। ਸਭ ਤੋਂ ਵੱਡਾ ਕਾਲਾ ਧੱਬਾ ਜਦੋਂ ਸਿੱਖਾਂ ਦਾ ਕਤਲੇਆਮ ਹੋਇਆ ਸੀਗਾ 1984 ਚ, 36 ਸਾਲ ਦਰਬਾਰ ਸਾਹਿਬ ਤੇ ਹਮਲਾ, ਮਸਜਿਦ ਨੂੰ ਸ਼ਰੇਆਮ ਦਿਨ ਦਿਹਾੜੇ ਚੜ੍ਹ ਕੇ ਤੋੜਨਾ, ਔਰ ਗੁਜਰਾਤ, ਮੇਰਠ, ਯੂਪੀ, ਦੇਸ਼ ਦੇ ਬਕਾਇਆ ਹਿੱਸਿਆਂ ਵਿੱਚ ਫਿਰਕਾ ਪ੍ਰਸਤੀ ਕਰਕੇ, ਧਰਮ ਦੇ ਨਾਅਰੇ ਲਾ ਕੇ ਇੱਕ ਫਿਰਕੇ ਦੇ ਲੋਕਾਂ ਨੂੰ ਸਟੇਟ ਸਪਾਂਸਰਡ ਟੈਰਰਿਜ਼ਮ ਨਾਲ ਮਾਰਨਾ, ਇਹ ਸਾਰੇ ਬਲੈਕ ਸਪੌਟਸ ਹੈ ਡੈਮੋਕ੍ਰੇਸੀ ਦੇ, ਇਹ ਧੁਲਨੇ ਨਹੀਂਗੇ। ਅਗਰ ਹੁਣ ਮੋਦੀ ਦੀ ਸਰਕਾਰ ਕੋਈ ਯੂਜ਼ ਆਫ ਫੋਰਸ ਕਰੇਗੀ ਤਾਂ ਇਹ ਉਹਨਾਂ ਸਾਰੇ ਕਾਲੇ ਧੱਬਿਆਂ ਵਾਂਗੂ ਇੱਕ ਕਾਲਾ ਧੱਬਾ ਇਹਨਾਂ ਦੇ ਉੱਤੇ ਹੋਰ ਚਿੰਬੜ ਜਾਊਗਾ, ਔਰ ਇਹਨਾਂ ਦੇ ਨਾਲ ਹੀ ਤੁਰਿਆ ਜਾਊਗਾ। ਔਰ ਜਿਹੜਾ ਪੰਜਾਬ ਦੇ ਲੋਕ ਨੇ, ਇਹ ਅੱਜ ਤੱਕ ਕਿਸੇ ਜਿਸਮਾਨੀ ਨੁਕਸਾਨ ਤੋਂ ਨਹੀਂ ਡਰੇ। ਤੁਸੀਂ ਦੇਖ ਲਓ ਪਿੱਛੇ ਜਾ ਕੇ ਘੱਲੂ ਘਾਰੇ 35 ਹਜ਼ਾਰ ਨਿਰਦੋਸ਼ ਬੰਦਾ ਮਰਿਆ ਹੋਇਆ ਇਸ ਧਰਤੀ ਦੇ ਉੱਤੇ ਪੰਜਾਬ ਦੀ। ਖਹਿਰਾ ਸਾਹਿਬ, ਅਸੀਂ ਵੀ ਦੇਖਦੇ ਸੀਗੇ ਕਦੇ ਚੰਡੀਗੜ੍ਹ ਨਹੀਂ ਐਂਟਰ ਹੋਣ ਦਿੱਤਾ, ਬਹੁਤ ਪ੍ਰੋਟੈਸਟ ਹੋਏ, ਬੈਰੀਗੇਡ ਲੱਗੇ ਹੁੰਦੇ ਸੀਗੇ, ਚੰਡੀਗੜ੍ਹ ਪੁਲਿਸ ਸਾਹਮਣੇ ਹੁੰਦੀ ਸੀ ਕਿ ਕੋਈ ਵੀ ਪਾਰਟੀ ਆਉਂਦੀ ਸੀ ਉੱਥੇ ਹੀ ਰੋਕ ਲੈਂਦਾ ਸੀਗੇ। ਪਹਿਲੀ ਵਾਰ ਹੈ ਕਿ ਇਸ ਤਰ੍ਹਾਂ ਹਰਿਆਣੇ ਦੇ ਸਾਰੇ ਬੈਰੀਗੇਡ ਤੋੜ ਕੇ। ਫਰਕ ਹੈ ਨਾ, ਉਹ ਸੀ ਪਾਰਟੀਆਂ ਦਾ ਕੇਡਰ ਦੀ ਲੜਾਈ, ਇਹ ਹੈਗੀ ਆ ਆਮ ਆਵਾਮ ਦੀ ਲੜਾਈ। ਆਵਾਜ਼ੇ ਖਲਕਤ ਨਗਾਰਾ ਖੁਦਾ, ਇਹ ਰੱਬ ਦੀ ਆਵਾਜ਼ ਆ ਇੱਥੇ। ਇਸ ਕਰਕੇ ਇਹਨਾਂ ਨੂੰ ਹੋਰ 50 ਬੈਰੀਅਰ ਲਾ ਦਿੰਦੇ, ਉਹ ਵੀ ਤੋੜ ਦੇਣੇ ਸੀ। ਜੇ ਕਿਤੇ ਪੰਜਾਬ ਦੇ ਲੋਕ ਚਾਹਣ ਨਾ, ਇਹ ਹੁਣ ਨੂੰ ਮੋਦੀ ਦੇ ਘਰ ਬੈਠੇ ਹੋਣੇ ਸੀ। ਇਹ ਸਿਰਫ ਮੈਂ ਫਿਰ ਕਹਿਣਾ ਚਾਹੁੰਦਾ, ਇਹ ਮੌਬ ਮੈਂਟੈਲਿਟੀ ਨਹੀਂ ਕਰਦੇ। ਇਹ ਜੇ ਚਾਹੁੰਦੇ ਪਾਰਲੀਮੈਂਟ ਘੇਰ ਲੈਂਦੇ, ਪਾਰਲੀਮੈਂਟ ਦੇ ਅੰਦਰ ਵੜ ਜਾਂਦੇ, ਨਹੀਂ ਸੀ ਰੋਕ ਹੋਣਾ। ਮੰਨ ਲਓ ਕਹਿਣਾ ਫੌਜ ਤੋਂ ਵੀ ਨਹੀਂ ਰੋਕ ਹੋਣਾ ਸੀਗਾ। ਇਹ ਤਾਂ ਸਿਰਫ ਆਪਣੀ ਜਿਹੜਾ ਸਾਨੂੰ ਸਿਧਾਂਤਕ ਤੌਰ ਤੇ ਸਾਡੇ ਇਤਿਹਾਸ ਸਾਨੂੰ ਸਿਖਾ ਕੇ ਗਿਆ ਕਿ ਆਪਾਂ ਤਾਂ ਹਿਫਾਜ਼ਤ ਕਰਨੀ ਆ। ਤੁਸੀਂ ਅੱਜ ਵੀ ਦੇਖ ਲਓਗੇ ਕਿਸੇ ਬੇਸਹਾਰਾ ਨਾਲ ਕਿਤੇ ਲਾਗੇ ਬੰਨੇ ਕੋਈ ਗਲਤ ਗੱਲ ਹੁੰਦੀ ਆ, ਜਾਂ ਕਿਤੇ ਪੰਜਾਬ ਤੋਂ ਬਾਹਰ ਕਿਸੇ ਬੱਸ ਵਿੱਚ ਆਮ ਗੱਲ ਬਣੀ ਹੋਈ ਆ ਕਿ ਕਿਸੇ ਬੱਸ ਵਿੱਚ ਇੱਕ ਪੱਗ ਵਾਲਾ ਸਿੱਖ ਸਫ਼ਰ ਕਰਦਾ ਹੋਵੇ, ਔਰਤਾਂ ਕਹਿੰਦੀਆਂ ਲੈ ਵੀ ਸ਼ੁਕਰ ਹੈ ਹੁਣ ਸਾਡਾ ਇੱਕ ਬੰਦਾ ਬੈਠਾ ਹੋਇਆ। ਸੋ ਸਾਡੀ ਇਮੇਜ ਇਹ ਆ ਕਿ ਅਸੀਂ ਮੈਂ ਤੁਹਾਨੂੰ ਤਾਂ ਇਹ ਕਿਹਾ ਜਿਹੜਾ ਭਾਈ ਕਨਈਆ ਵਾਲਾ ਰੋਲ ਅਦਾ ਕੀਤਾ ਇੱਥੇ, ਮਤਲਬ ਜਿਹੜੇ ਪੁਲਿਸ ਵਾਲੇ ਸਾਨੂੰ ਮਾਰਦੇ ਕੁੱਟਦੇ, ਉਹਨੂੰ ਵੀ ਲੰਗਰ ਛਕਾਈ ਜਾਂਦੇ। ਇਹਦੇ ਨਾਲੋਂ ਜ਼ਿਆਦਾ ਯਾਰ ਹੋਰ ਕੀ ਹੋ ਸਕਦਾ? ਲਾਸਟ ਸਵਾਲ ਬਸ ਕਿ ਮੋਦੀ ਸਰਕਾਰ ਦਾ ਜਿਹੜਾ ਰਵੱਈਆ ਹੈ ਹੁਣ ਉਹਨਾਂ ਨੂੰ ਲੱਗਦਾ ਕਿ ਸਾਡਾ ਈਗੋ ਦਾ ਸਵਾਲ ਹੈ ਕਿ ਅਸੀਂ ਜੇ ਖੇਤੀ ਕਾਨੂੰਨ ਰੱਦ ਕਰਦੇ ਹਾਂ ਤਾਂ ਬਾਕੀ ਧਾਰਾ 370 ਤੋਂ ਲੈ ਕੇ ਹੋਰ ਜਿੰਨੇ ਫੈਸਲੇ ਹੋਏ ਨੇ ਉਹ ਵੀ ਲੋਕ ਉੱਠ ਖੜੇ ਹੋਣਗੇ, ਕਿਉਂਕਿ ਵਾਰ-ਵਾਰ ਪ੍ਰਧਾਨ ਮੰਤਰੀ ਮੋਦੀ ਕਿ ਦੇਸ਼ ਪਿੱਛੇ ਨਹੀਂ ਹਟੇਗਾ ਇਸ ਤਰ੍ਹਾਂ ਦੇ ਬਿਆਨ ਜਿਹੜੇ ਦਿੰਦੇ ਨੇ। ਨਹੀਂ, ਫਿਰ ਗਲਤ ਗੱਲ ਹੈ ਨਾ ਜੀ। ਇਹ ਕੋਈ ਕੀ ਕਹਿੰਦੇ ਹੁੰਦੇ ਆ ਕਿ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਈਗੋ ਦੀ ਲੜਾਈ ਥੋੜੋ ਆ। ਇਹਦੇ ਨਾਲ 65-70% ਪਿੰਡਾਂ 'ਚ ਰਹਿੰਦੇ ਹੋਏ ਪਿੰਡੂ ਲੋਕ ਤੁਲਕ ਰੱਖਦੇ। ਹੁਣੇ ਬਿਹਾਰ ਤੋਂ ਕਿਸਾਨ ਆਏ ਹੋਏ ਸੀਗੇ, ਕਿਉਂਕਿ ਉਹਨਾਂ ਕਿਸਾਨਾਂ ਵਿੱਚ ਦਮ ਹੀ ਨਹੀਂ ਛੱਡਿਆ ਲੜਾਈ ਲੜਨ ਦਾ। ਉਹਨਾਂ ਨੂੰ ਤਾਂ ਪਹਿਲਾਂ ਹੀ ਮਜ਼ਦੂਰ ਬਣਾ ਚੁੱਕੇ ਨੇ। ਇਸ ਕਰਕੇ ਇੱਕ ਪਾਸੇ ਦੇਸ਼ ਦੇ ਕਰੋੜਾਂ ਲੋਕਾਂ ਦੇ ਜਜ਼ਬਾਤ ਨੇ, ਇੱਕ ਪਾਸੇ ਇੱਕ ਬੰਦੇ ਦੀ ਹੈਂਕੜ ਆ। ਇਹ ਹੁਣ ਬੀਜੇਪੀ ਨੇ ਚੂਜ਼ ਕਰਨਾ ਹੈ ਹੈਂਕੜ ਰੱਖਣੀ ਆ ਕਿ ਕਰੋੜਾਂ ਲੋਕਾਂ ਦੇ ਜਜ਼ਬਾਤਾਂ ਦਾ ਆਦਰ ਕਰਨਾ ਵਾ। ਆਦਰ ਕਰਨਗੇ ਤੇ ਮੈਂ ਸਮਝਦਾ ਕਿ
ਮਾਫੀ ਮੰਗਣ ਨਾਲ, ਗਲਤੀ ਸਵੀਕਾਰ ਨਾਲ ਬੰਦਾ ਕਰਨ ਨਾਲ ਕਦੀ ਬੰਦਾ ਛੋਟਾ ਨਹੀਂ ਹੁੰਦਾ। ਤੇ ਜੇ ਹੈਂਕੜ ਰੱਖੀ ਜਾਣਗੇ ਤੇ ਫਿਰ ਹੈਂਕੜ ਇੱਕ ਦਿਨ ਕਿਸੇ ਦਿਨ ਤਾਂ ਭੱਜਣੀ ਉਹ ਤਾਂ ਮਤਲਬ ਵੱਡੇ ਵੱਡਿਆਂ ਦੀ ਭੱਜੀ ਆ। ਤੇ ਮੋਦੀ ਸਾਹਿਬ ਨੂੰ ਗਲਤਫਹਿਮੀ ਆ, ਇਹ ਸਿਰਫ ਉਹਨਾਂ ਨੂੰ ਹਲੇ ਆਪਣੇ ਨਾ ਸਰਕਾਰੀ ਲਾਅ ਲਸ਼ਕਰ ਦਿਸਦਾ ਵਾ, ਮਾਈਨਸ ਲਾਅ ਲਸ਼ਕਰ ਤੋਂ ਉਹਨਾਂ ਨੂੰ ਕੋਈ ਇੱਕ ਵਾਰੀ ਇੱਥੋਂ ਆ ਇਸ ਧਰਨੇ ਚ 5 ਮਿੰਟ ਪੈਦਲ ਕੱਢ ਕੇ ਦਿਖਾ ਦੇਣ, ਲੰਘ ਕੇ ਦਿਖਾ ਦੇਣ। ਧੰਨਵਾਦ। ਸੁਖਪਾਲ ਸਿੰਘ ਖਹਿਰਾ ਸੋ ਕਿਸਾਨੀ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਨੇ, ਪਹੁੰਚੇ ਨੇ, ਸਮਰਥਕਾਂ ਸਮੇਤ ਇੱਥੇ ਆਏ ਨੇ। ਪਰ ਵੱਡੀ ਗੱਲ ਇਹ ਹੈ ਕਿ ਪੋਲੀਟੀਸ਼ੀਅਨ ਜਿਹੜੇ ਥੋੜੀ ਦੂਰ ਹੀ ਰੱਖ ਰਹੇ ਨੇ, ਤਾਂ ਸੁਖਪਾਲ ਸਿੰਘ ਖਹਿਰਾ ਜ਼ਰੂਰ ਇੱਥੇ ਆਏ ਨੇ। ਤੇ ਵੱਡੀ ਗੱਲ ਇਹ ਵੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅੱਜ ਵੀ ਮੀਟਿੰਗਾਂ ਚੱਲਦੀਆਂ ਰਹੀਆਂ ਨੇ। ਤਾਂ ਹੁਣ ਦੇਖਣਾ ਇਹ ਹੈ ਕਿ ਕਦੋਂ ਜਿਹੜੀ ਇਹ ਮੰਗ ਹੈ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਕਦੋਂ ਪੂਰੀ ਹੁੰਦੀ ਹੈ, ਕਿਉਂਕਿ ਇੱਕ ਪਾਸੇ ਜਿਹੜੀ ਕਿਸਾਨ ਜਥੇਬੰਦੀਆਂ ਜਾਂ ਜਿੰਨੇ ਵੀ ਲੋਕ ਡਟੇ ਹੋਏ ਨੇ ਇਸ ਮੋਰਚੇ ਤੇ, ਉਹਨਾਂ ਦਾ ਕਹਿਣਾ ਇਹੀ ਹੈ ਕਿ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਇਹ ਤੋਂ ਬਿਨਾਂ ਕੋਈ ਵੀ ਪਿੱਛੇ ਮੰਗ ਨਹੀਂ ਹੈਗੀ, ਇੱਕੋ ਇੱਕ ਮੰਗ ਹੈ। ਸੋ ਫਿਲਹਾਲ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਰਣਬੀਰ ਸਿੰਘ ਰਾਣਾ।